हेलो एवरीवन माई सेल्फ रमन शर्मा एज एन आयल्स ट्रेनर। मैं ਅੱਜ ਦੀ ਜੋ ਵੀਡੀਓ ਬਣਾਉਂਗਾ ਮੈਂ ਆਪਣਾ ਪ੍ਰੋਪਰ ਜਿੰਨਾ ਮੇਰਾ ਐਕਸਪੀਰੀਅੰਸ ਹੈਗਾ ਜਿੰਨਾ ਮੇਰਾ ਬੈਸਟ ਹੋਏਗਾ ਤਾਂ ਡੈਫੀਨਿਟਲੀ ਤੁਹਾਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਤਾ ਲੱਗੇਗਾ ਕਿ ਵਾਟ ਇਜ਼ ਦ ਟੀਚਿੰਗ ਆਫ ਰਮਨ ਸ਼ਰਮਾ। ਟੂ ਬੀ ਵੈਰੀ ਓਨੈਸਟ, ਅੱਜ ਮੈਂ ਰਾਈਟਿੰਗ ਟਾਸਕ 2 ਦੀ ਗੱਲ ਕਰਨ ਲੱਗਿਆ। ਬਹੁਤ ਸਾਰੇ ਬੱਚੇ ਡਾਊਟ ਦੇ ਵਿੱਚ ਨੇ, ਬਹੁਤ ਸਾਰੇ ਬੱਚਿਆਂ ਨੂੰ ਐਵੇਂ ਨਹੀਂ ਪਤਾ ਕਿ ਬੈਂਡ ਸਕੋਰ ਕਿਵੇਂ ਆਉਂਦੇ ਆ। ਬਹੁਤ ਸਾਰੇ ਬੱਚੇ ਜੋ ਇੰਸਟੀਚਿਊਟ ਦੇ ਵਿੱਚ ਲਿਖਦੇ ਆ ਜਾਂ ਐਗਜ਼ਾਮ ਦੇ ਵਿੱਚ ਲਿਖਦੇ ਆ ਤੇ ਡਿਊ ਟੂ ਸਮ ਸਰਕਮਸਟੈਂਸਿਸ ਉਹਨਾਂ ਦੇ ਬੈਂਡ ਸਕੋਰ ਨਹੀਂ ਆਉਂਦੇ। ਬਹੁਤ ਸਾਰੇ ਬੱਚਿਆਂ ਦੇ ਡਾਊਟ ਨੇ ਕਿ ਉਹਨਾਂ ਦੇ ਬੈਂਡ ਵੱਧਦੇ ਨਹੀਂ, ਹਾਫ ਬੈਂਡ ਨਹੀਂ ਵੱਧ ਰਿਹਾ ਹੈਗਾ, ਸ਼ਾਇਦ ਉਹ 0.5 ਬੈਂਡ ਤੇ ਖੜੇ ਆ, ਮਤਲਬ ਕਿ 5.5 ਆਉਂਦੇ ਆ, 6 ਨਹੀਂ ਆਉਂਦੇ। ਅੱਜ ਦੀ ਜੋ ਮੈਂ ਵੀਡੀਓ ਹੈ ਇਹਦੇ ਚ ਕੀ ਪੜਾਉਂਗਾ। ਨੰਬਰ 1, ਤੁਸੀਂ ਆਪਣੇ ਬੈਂਡ ਕਿਵੇਂ ਲੈਂਦੇ ਹੋ, ਰਾਈਟਿੰਗ ਦੇ ਬੈਂਡ ਸਕੋਰ ਕਿਵੇਂ ਆਉਂਦੇ ਆ। ਨੰਬਰ 1, ਰਾਈਟਿੰਗ ਦੇ ਬੈਂਡ ਸਕੋਰ ਕਿਵੇਂ ਇੰਪਰੂਵ ਕਰਨੇ ਆ। ਨੰਬਰ 2, ਰਾਈਟਿੰਗ ਦੇ ਸਟਰਕਚਰ ਨੂੰ ਪ੍ਰੋਪਰ ਕਿਸ ਤਰੀਕੇ ਨਾਲ ਫੋਲੋ ਕੀਤਾ ਜਾਵੇ। 3, ਜਿਹੜੇ ਬੱਚਿਆਂ ਨੂੰ ਲੱਗਦਾ ਕਿ ਉਹਨਾਂ ਨੂੰ ਸੈਂਟੈਂਸ ਸਟਰਕਚਰ ਨਹੀਂ ਆਉਂਦਾ ਉਹ ਆਪਣੇ ਆਪ ਨੂੰ ਕਿਵੇਂ ਪਾਲਿਸ਼ ਕਰਨ। ਤੇ ਸਭ ਤੋਂ ਮੇਨ ਚੀਜ਼ ਕੀ ਹੁੰਦੀ ਹੈ, ਜਿਹੜਾ ਰਾਈਟਿੰਗ ਟਾਸਕ 2 ਹੈ ਇਹਦੇ 6 ਬੈਂਡ ਹੁੰਦੇ ਆ। ਜਿਹੜਾ ਟਾਸਕ 1 ਹੁੰਦਾ ਉਹਦੇ 3 ਬੈਂਡ ਹੁੰਦੇ ਆ ਤੇ ਰਾਈਟਿੰਗ ਟਾਸਕ 2 ਹੈ ਜਿਹੜਾ ਇਹਦੇ ਆਪਣੇ ਕੋਲੇ 6 ਬੈਂਡ ਹੁੰਦੇ ਆ। ਤੇ 6 ਬੈਂਡ ਨੂੰ ਲੈ ਕੇ ਆਉਣ ਦੇ ਲਈ ਐਵੇਂ ਦਾ ਕੀ ਕੀਤਾ ਜਾਵੇ ਕਿ ਐਗਜ਼ਾਮੀਨਰ ਇੰਨਾ ਕੁ ਇੰਪ੍ਰੈਸ ਹੋਵੇ ਕਿ ਤੁਹਾਡਾ ਸਕੋਰ ਹੈ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਬੂਸਟ ਹੋਵੇ। ਟੂ ਬੀ ਵੈਰੀ ਓਨੈਸਟ, ਜੇ ਮੈਂ ਅੱਜ ਗੱਲ ਕਰਨ ਲੱਗਿਆ ਰਾਈਟਿੰਗ ਟਾਸਕ 2 ਸਭ ਤੋਂ ਮੇਨ ਚੀਜ਼ ਕੀ ਹੁੰਦੀ ਹੈ, ਆਈਡੀਆਜ਼। ਡਿਪੈਂਡ ਕਰਦਾ ਤੁਹਾਡੀ ਮੈਂਟੈਲਿਟੀ, ਤੁਹਾਡੀ ਸੋਚ, ਤੁਸੀਂ ਕਿਸ ਤਰੀਕੇ ਦਾ ਟਾਕ ਕਰਦੇ ਹੋ। ਅੱਜ ਦਾ ਜੋ ਟੌਪਿਕ ਲਿਆ ਮੈਨੇ ਉਹ ਪ੍ਰੋਬਲਮ ਸੋਲੂਸ਼ਨ ਹੈਗਾ। ਤੇ ਟੂ ਬੀ ਵੈਰੀ ਓਨੈਸਟ, ਅੱਜ ਨਾ ਮੈਂ ਜਾਣ ਕੇ ਇੱਕ ਐਵੇਂ ਦਾ ਥੋੜਾ ਜਿਹਾ ਟਫ ਟੌਪਿਕ ਲਿਆ ਕਿ ਸ਼ਾਇਦ ਕਈ ਵਾਰ ਬਹੁਤ ਬੱਚੇ ਟੌਪਿਕ ਦੇ ਨਾਲ ਫੈਮਿਲੀਅਰ ਨਹੀਂ ਹੁੰਦੇ ਹੈਗੇ। ਫੈਮਿਲੀਅਰ ਨਾ ਹੋਣ ਤੇ ਵੀ ਇੱਕ ਟੌਪਿਕ ਨੂੰ ਕਿਸ ਤਰੀਕੇ ਨਾਲ ਲਿਖਿਆ ਜਾਵੇ ਕਿ ਐਗਜ਼ਾਮੀਨਰ ਆਪਾਂ ਨੂੰ ਸਕੋਰ ਦੇਵੇ। ਅੱਜ ਮੈਂ ਪ੍ਰੋਪਰ ਸਟਰਕਚਰ ਬਣਾਇਆ, ਤੁਹਾਨੂੰ ਇੱਕ ਇੱਕ ਲਾਈਨ ਸਟਰਕਚਰ ਦੇ ਉੱਤੇ ਰੱਖ ਕੇ ਦਿਖਾਉਂਗਾ ਤੇ ਤੁਹਾਨੂੰ ਪਤਾ ਲੱਗਿਆ ਕਿ ਰਮਨ ਸਰ ਆਹ ਟੀਚਿੰਗ ਹੈ, ਆਹ ਮਜ਼ਾ ਹੈਗਾ ਤੇ ਆਹ ਸੈਟੀਸਫੈਕਸ਼ਨ ਹੈ। ਜੇ ਵੀਡੀਓ ਨੂੰ ਦੇਖ ਕੇ ਸੈਟੀਸਫੈਕਸ਼ਨ ਨਾ ਆਇਆ ਤਾਂ ਮੈਂ ਦਿਲ ਖੋਲ ਕੇ ਕਹਿਣਾ ਤੁਸੀਂ ਮੇਰੀ ਵੀਡੀਓ ਨੂੰ ਡਿਸਲਾਈਕ ਕਰਿਓ ਤੇ ਮੈਨੂੰ ਪਤਾ ਲੱਗੇ ਕਿ ਮੇਰੇ ਕਿੰਨੇ ਬੱਚੇ ਐਵੇਂ ਦੇ ਆ ਜਿਨ੍ਹਾਂ ਨੇ ਡਿਸਲਾਈਕ ਕੀਤਾ। ਟੂ ਬੀ ਵੈਰੀ ਓਨੈਸਟ, ਆਪਾਂ ਟਾਈਮ ਨੂੰ ਵੇਸਟ ਨਹੀਂ ਕਰਦੇ ਤੇ ਆਪਾਂ ਆਪਣੀ ਅੱਜ ਦੀ ਜੋ ਰਾਈਟਿੰਗ ਹੈ ਆਪਾਂ ਇਹਨੂੰ ਸਟਾਰਟ ਕਰ ਦੇਵਾਂਗੇ। ਦੇਖੋ ਅੱਜ ਦਾ ਮੈंने ਟੌਪਿਕ ਕੀ ਕਰਿਆ ਬੱਚੇ, ਟੌਪਿਕ ਚੱਕਿਆ ਮੈंने ਇਹ ਬੜਾ ਡਿਫਰੈਂਟ ਟੌਪਿਕ ਚੱਕਿਆ ਹੈਗਾ। ਜਾਣ ਕੇ ਤਾਂ ਪਤਾ ਕਿਆ, ਸਿੰਪਲ ਤਾਂ ਹਰ ਕੋਈ ਕਰ ਲੈਂਦਾ ਹੈਗਾ ਤੇ ਇਹਦੇ ਚ ਮੈਂ ਬਹੁਤ ਅੱਛੀ ਵੋਕੈਬਲਰੀ ਵੀ ਯੂਜ਼ ਕੀਤੀ ਆ ਤੇ ਬੜੇ ਵਧੀਆ ਲੈਵਲ ਦਾ ਮੈंने ਇਸ ਨੂੰ ਪੜਾਇਆ। ਤੇ ਆਪਾਂ ਟੌਪਿਕ ਨੂੰ ਮੈਂ ਤੁਹਾਨੂੰ ਸ਼ੋ ਕਰਦਾ। ਸੋ ਆਪਾਂ ਟੌਪਿਕ ਤੇ ਆਉਂਦੇ ਆ। ਦੈਟਸ ਫਾਈਨ। ਟੌਪਿਕ ਅੱਜ ਦਾ ਹੈਗਾ, ਧਿਆਨ ਨਾਲ ਦੇਖੋ, the natural resources such as oil and forests are being consumed at an alarming rate। ਨੈਚੁਰਲ ਰਿਸੋਰਸਿਸ ਨੇਗੇ ਜਿਹੜੇ ਕਿਵੇਂ ਕਿ ਆਇਲ ਹੈਗਾ ਜਾਂ ਫੋਰੈਸਟਸ ਨੇਗੇ ਜਿਵੇਂ ਜੰਗਲ ਨੇ ਆਪਣੇ, ਇਹ ਬਹੁਤ ਜ਼ਿਆਦਾ ਕੰਜ਼ਿਊਮ ਕਰ ਰਿਹਾ ਹੈਗਾ। ਮਤਲਬ ਕਿ ਜਿਹੜੇ ਲੋਕ ਨੇ ਨਾ, ਹਿਊਮਨ ਬੀਇੰਗ ਹੈ ਨਾ ਜਿਹੜਾ, ਇਹਨੂੰ ਬਹੁਤ ਜ਼ਿਆਦਾ ਵਰਤ ਰਿਹਾ ਹੈਗਾ ਐਟ ਐਨ ਅਲਾਰਮਿੰਗ ਰੇਟ। ਜਿਹੜਾ ਅਲਾਰਮਿੰਗ ਰੇਟ ਹੁੰਦਾ ਬੱਚੇ, ਇਹਦਾ ਮਤਲਬ ਇਹ ਹੁੰਦਾ ਹੈਗਾ ਕਿ ਖਤਰੇ ਦੀ ਕਗਾਰ ਤੇ ਜਾਂ ਖਤਮ ਹੋਣ ਦੀ ਕਗਾਰ ਤੇ ਨੇ ਇਹ। what problems does it cause, ਮਤਲਬ ਕਿ ਇਹਦੇ ਨਾਲ ਕੀ ਕੀ ਪ੍ਰੋਬਲਮਸ ਕਾਜ਼ ਹੋ ਰਹੀਆਂ ਨੇਗੀਆਂ and how can we solve these problems। ਸਟੇਟਮੈਂਟ ਆਪਾਂ ਨੂੰ ਬੜੇ ਤਰੀਕੇ ਨਾਲ ਕਲੀਅਰ ਹੋਗੀ ਕਿ ਨੈਚੁਰਲ ਰਿਸੋਰਸਿਸ ਨੇ, ਦੋ ਰਿਸੋਰਸਿਸ ਉਹਨੇ ਨਾਮ ਲਏ ਆ, ਇੱਕ ਆਇਲ ਦੀ ਗੱਲ ਕਰੀ ਆ ਤੇ ਇੱਕ ਫੋਰੈਸਟ ਦੀ ਗੱਲ ਕਰੀ ਆ। ਤੇ ਆਪਾਂ ਨੂੰ ਕਿਹਾ ਵੀ ਬਹੁਤ ਜ਼ਿਆਦਾ ਯੂਜ਼ ਹੋਣ ਦੇ ਕਰਕੇ ਇਹ ਬਿਲਕੁਲ ਖਤਰੇ ਦੀ ਕਗਾਰ ਤੇ ਆਏ ਪਏ ਨੇ, ਜਮੀ ਖਤਮ ਹੋਣ ਦੀ ਕਗਾਰ ਤੇ ਆ ਗਏ। ਪ੍ਰੋਬਲਮਸ ਕੀ ਆ ਰਹੀਆਂ ਨੇ ਇਹਦੀਆਂ, ਇਹਦੇ ਸੋਲੂਸ਼ਨਸ ਕੀ ਨੇ। ਕਦੇ ਵੀ ਐਸੇ ਨੂੰ ਲਿਖਣ ਤੋਂ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਐਗਜ਼ਾਮੀਨਰ ਨੇ ਜਾਂ ਤੁਹਾਡੇ ਟ੍ਰੇਨਰ ਨੇ ਐਸੇ ਫੜਾਇਆ ਤੇ ਤੁਸੀਂ ਨਾਲ ਦੀ ਨਾਲ ਲਿਖਣ ਲੱਗੇ। ਇਹ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਬੱਚੇ ਐਵੇਂ ਕਰਨ ਦੇ ਨਾਲ। ਸ਼ਾਇਦ ਕੀ ਹੁੰਦਾ ਕਿ ਤੁਸੀਂ ਬਹੁਤ ਅੱਛਾ ਪੁਆਇੰਟ ਲਿਖ ਲਿਆ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਲੱਗਿਆ ਕਿ ਨਹੀਂ ਯਾਰ ਇਹ ਵੈਲਿਊਏਬਲ ਨਹੀਂ ਸੀ, ਫਿਰ ਤੁਸੀਂ ਉਹਨੂੰ ਇਰੇਜ਼ ਕਰਤਾ, ਟਾਈਮ ਵੇਸਟ, ਸ਼ੀਟ ਖਰਾਬ ਤੇ ਤੁਹਾਡਾ ਜਿਹੜਾ ਕੰਸੋਲ ਹੈ ਉਹ ਬਿਲਕੁਲ ਡੈਡ ਹੋ ਜਾਏਗਾ। ਅੱਜ ਤੁਹਾਨੂੰ ਮੈਂ ਪੜਾਉਣ ਦਾ ਮੇਰਾ ਤਰੀਕਾ ਇਹ ਹੋਏਗਾ, ਲੈਟ ਮੀ ਸ਼ੋ ਯੂ। ਮੈਂ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਸਟਰਕਚਰ ਤਿਆਰ ਕੀਤਾ, ਦੇਖੋ ਬੜਾ ਵਧੀਆ ਲੱਗੇਗਾ ਤੁਹਾਨੂੰ। ਮੈਂ ਇੰਟਰੋਡਕਸ਼ਨ ਲਿਖੀ, ਬॉडी 1 ਲਿਖਿਆ, ਬॉडी 2 ਲਿਖਿਆ, ਕਨਕਲੂਜਨ ਲਿਖਿਆ। ਮਤਲਬ ਕਿ ਆਪਾਂ 4 ਬॉडी ਪੈਰਾਗ੍ਰਾਫ ਬਣਾਵਾਂਗੇ ਇਸ ਨੂੰ ਕਰਨ ਦੇ ਲਈ। ਇੰਟਰੋਡਕਸ਼ਨ ਦਾ ਤੇ ਕਨਕਲੂਜਨ ਦਾ ਹਾਫ ਬੈਂਡ ਹੋ ਗਿਆ, ਮਤਲਬ ਕਿ ਇੱਕ ਬੈਂਡ, ਤੇ ਬॉडी ਤੇ ਬॉडी 2 ਦੇ 2.5 ਮਤਲਬ ਕਿ ਆਪਣੇ ਕੋਲੇ ਟੋਟਲ ਬੈਂਡ ਆਪਣਾ 6 ਹੋ ਗਿਆ। ਤੇ ਮੈਂ ਤੁਹਾਨੂੰ ਇਹ ਚੀਜ਼ ਸ਼ੋ ਕਰਦਾ ਅੱਜ ਦੀ ਜੋ ਮੈਂ ਰਾਈਟਿੰਗ ਪੜਾਉਂਗਾ ਇਹ ਚ ਮੈਂ ਕੀ ਕੀ ਚੀਜ਼ਾਂ ਦੇਵਾਂਗਾ। ਨੰਬਰ 1 TR, ਟਾਸਕ ਰਿਸਪੌਂਸ। ਨੰਬਰ 2 स्ट्रक्चर। नंबर 3 LR और नंबर 4 GRA। ਜਿਹੜੇ ਬੱਚੇ ਨੂੰ ਇਹ ਸਵਾਲ ਰਹਿੰਦਾ ਹੈਗਾ ਕਿ ਸ਼ਾਇਦ ਕਿ ਮੇਰੇ ਬੈਂਡ ਸਕੋਰ ਕਿਉਂ ਨਹੀਂ ਵੱਧਦੇ ਹੈਗੇ ਜਾਂ ਮੇਰੇ ਚ ਕਿਹੜੀਆਂ ਚੀਜ਼ਾਂ ਦੀਆਂ ਕਮੀਆਂ ਨੇ, ਮੈਂ ਉਹਨਾਂ ਨੂੰ ਪਾਲਿਸ਼ ਕਰਾਂ,
ਤਾਂ ਬੱਚੇ ਧਿਆਨ ਨਾਲ ਸੁਣਿਓ, ਐਗਜ਼ਾਮੀਨਰ ਇਹ ਨਹੀਂ ਹੁੰਦਾ ਹੈਗਾ ਕਿ ਉਹ ਸਵੇਰੇ ਉੱਠਦਾ ਹੈਗਾ ਤੇ ਉਹ ਇਹ ਸੋਚਦਾ ਹੈਗਾ ਕਿ ਚੱਲ ਅੱਜ ਮੈਂ ਚੈਕਿੰਗ ਕਰਦਾ, ਤੇ ਉਹ ਆਪਣੇ ਮੂਡ ਦੇ ਅਕੋਰਡਿੰਗ ਤੁਹਾਡਾ ਜਿਹੜਾ ਐਸੇ ਹੈ ਉਹ ਚੈੱਕ ਕਰਦਾ ਹੈ। ਜਦੋਂ ਐਗਜ਼ਾਮੀਨਰ, ਬੀਇੰਗ ਐਨ ਐਗਜ਼ਾਮੀਨਰ, ਮੈਂ ਖੁਦ ਵੀ ਇੱਕ ਐਗਜ਼ਾਮੀਨਰ ਆ, ਮੈਂ ਬੜੇ ਬੱਚਿਆਂ ਦਾ ਐਗਜ਼ਾਮ ਕੰਡਕਟ ਵੀ ਕਰਵਾਉਣਾ ਤੇ ਡਿਊਟੀ ਵੀ ਆਉਂਦੀ ਆ, ਤੇ ਕਹਿਣ ਦਾ ਮਤਲਬ ਇਹ ਆ ਕਿ TR, ਟਾਸਕ ਰਿਸਪੌਂਸ, ਜੋ ਸਟੇਟਮੈਂਟ ਦਿੱਤੀ, ਕੀ ਤੁਸੀਂ ਉਸ ਦੇ ਰਿਲੇਟਡ ਹੀ ਟਾਕ ਕੀਤੀ ਹੈ? ਕੀ ਤੁਸੀਂ ਉਸ ਤੋਂ ਆਊਟ ਆਫ ਟੌਪਿਕ ਹੋਏ ਹੋ ਕਿ ਨਹੀਂ ਹੋਏ? ਕੀ ਤੁਸੀਂ ਕਈ ਵਾਰ ਕੀ ਹੁੰਦਾ, ਪੁੱਛਿਆ ਆਪਾਂ ਨੂੰ ਆਇਲ ਬਾਰੇ ਹੈ ਤੇ ਤੁਸੀਂ ਕੁਝ ਹੋਰ ਟਾਕ ਤੇ ਵਾਗੇ, ਮਤਲਬ ਜੋ ਸਾਰਾ ਸਟਰਕਚਰ ਹੈ ਆਪਣਾ, ਕੀ ਉਹ ਪ੍ਰੋਪਰ ਤਰੀਕੇ ਨਾਲ ਲਿਖਿਆ? ਇਹ 9 ਬੈਂਡ ਲਿਖ ਲੈਂਦਾ ਐਗਜ਼ਾਮੀਨਰ। ਇੱਥੇ ਜਿਹੜਾ ਸਟਰਕਚਰ ਹੈ, ਸਟਰਕਚਰ ਤੁਹਾਡੇ ਸਾਹਮਣੇ ਬਣਿਆ ਹੋਇਆ ਦੇਖੋ, ਇੰਟਰੋਡਕਸ਼ਨ ਹੈ, ਬੋਡੀ 1, ਬੋਡੀ 2, ਕੰਕਲੂਜਨ, ਇਹਨੂੰ ਸਟਰਕਚਰ ਕਹਿੰਦੇ ਨੇ। ਇਹਦੇ ਵੀ 9 ਚੋਂ ਬੈਂਡ ਆਉਂਦੇ ਆ। LR, ਤੁਸੀਂ ਗ੍ਰਾਮਰ ਕਿਸ ਤਰੀਕੇ ਦੀ ਯੂਜ਼, ਸੌਰੀ ਗ੍ਰਾਮਰ ਕਹਿ ਕੇ ਤੁਹਾਡੀ ਵੋਕੈਬਲਰੀ ਕਿਸ ਤਰੀਕੇ ਦੀ ਆ। ਵੋਕੈਬਲਰੀ ਕਹਿਣ ਦਾ ਮਤਲਬ ਬੱਚੇ, ਅੱਜ ਮੈਂ ਤੁਹਾਨੂੰ ਐਸੇ ਦੇ ਵਿੱਚ ਨਾ ਬਹੁਤ ਡਿਫਰੈਂਟ ਕਾਈਂਡ ਦੇ ਵਰਡਸ ਮੈਨੇ ਯੂਜ਼ ਕੀਤੇ ਹੈਗੇ। ਜਦੋਂ ਮੈਨੂੰ ਰਾਈਟ ਕੀਤਾ ਤੇ ਮੈਨੂੰ ਆਪ ਨੂੰ ਪਤਾ ਲੱਗਾ ਕਿ ਹਾਂ ਯਾਰ, ਮੇਰਾ LR ਮਤਲਬ ਕਿ ਲੈਕਸੀਕਲ ਰਿਸੋਰਸ ਇਹ ਹੁੰਦਾ ਕਿ ਇੱਕ ਵਰਡ ਨੂੰ ਰਿਪੀਟ ਤਾਂ ਨਹੀਂ ਕਰਿਆ, ਅਲੱਗ-ਅਲੱਗ ਜਗ੍ਹਾ ਤੇ ਉਹਨੂੰ ਰੀਫਰੇਜ਼ ਕਰਕੇ ਤਾਂ ਲਿਖਿਆ ਗਿਆ, ਤੇ ਲਾਸਟ ਦੇ ਬੱਚੇ ਦੈਟ ਇਜ਼ ਕਾਲਡ GRA, ਦੈਟ ਇਜ਼ ਕਾਲਡ ਗ੍ਰਾਮਰ। ਤੁਹਾਡਾ ਸਕੋਰ ਇਸ ਤਰੀਕੇ ਨਾਲ ਐਗਜ਼ਾਮੀਨਰ ਹੈ ਜਿਹੜਾ ਉਹ ਕੰਡਕਟ ਕਰਦਾ ਹੈ, 4 ਚੋਂ 9 ਲਿਖਦਾ ਉਹ। ਫਿਰ ਕੀ ਕਰਦਾ, ਉਹ ਦੇਖਦਾ ਕਿ ਤੁਹਾਡਾ ਟਾਸਕ ਰਿਸਪੌਂਸ ਹੈ ਨਾ, ਤੁਸੀਂ ਇੱਕ ਬਾਡੀ ਸਭ ਵਧੀਆ ਲਿਖਿਆ, ਦੂਜੇ ਬਾਡੀ ਤੁਸੀਂ ਥੋੜਾ ਆਊਟ ਆਫ ਟੌਪਿਕ ਹੋ ਗਏ, ਉਹਨੇ 9 ਚੋਂ 7 ਕੱਢਦੇ ਇੱਕ ਵਾਰ। ਦੂਜਾ ਸਟਰਕਚਰ, ਉਹਨੇ ਦੇਖਿਆ ਕਿ ਤੁਹਾਡਾ ਸਟਰਕਚਰ ਬਹੁਤ ਸਹੀ ਸੀਗਾ, 9 ਚੋਂ 9 ਦਿੱਤੇ। LR ਦੇਖਿਆ ਉਹਨੇ, ਲੈਕਸੀਕਲ ਰਿਸੋਰਸਿਸ, 2-4 ਵਾਰ ਤੁਸੀਂ ਵਰਡ ਰਿਪੀਟ ਕਰਤਾ ਪਰ ਅਦਰਵਾਈਜ਼ ਆਲ ਵੈਲ, ਤਾਂ 7 ਦਿੱਤੇ। ਗ੍ਰਾਮਰ ਤੁਹਾਡੀ ਬੜੀ ਅੱਛੀ ਸੀਗੀ, ਤੁਹਾਨੂੰ 8 ਦਿੱਤੇ। ਮਤਲਬ ਕੀ ਹੈ ਬੱਚੇ, ਆ ਲਾਸਟ ਵਾਲੇ ਜਿਹੜੇ ਵਰਡ ਨੇ ਨਾ, ਜਿਵੇਂ 8 7 15, 15 7 22, 22 8 30, 30 ਤੇ 31, ਟੋਟਲ ਤੁਹਾਡਾ ਟੋਟਲ ਇੱਥੇ ਹੋ ਗਿਆ 31, ਤੇ ਇਹਨੂੰ ਡਿਵਾਈਡ ਬਾਈ 4, ਮਤਲਬ ਕਿ ਲਗਭਗ 7 ਚੌਕਾ 28, 7.5 ਦੇ ਨੇੜੇ ਤੁਹਾਡਾ ਸਕੋਰ ਹੈ ਜਿਹੜਾ ਉਹ ਬਣ ਜਾਏਗਾ। ਸਕੋਰ ਐਵੇਂ ਨਹੀਂ ਹੈਗਾ ਕਿ ਐਵੇਂ ਉਹੀ ਤੁੱਕਾ ਮਾਰ ਕੇ ਦਿੱਤਾ ਜਾਂਦਾ ਹੈ। ਤੁਸੀਂ ਆਪਣੇ ਆਪ ਨੂੰ ਇਹ ਪੋਲਿਸ਼ ਕਰੋ ਕਿ ਮੇਰੀ ਗ੍ਰਾਮਰ ਕਿੰਨੀ ਕੁ ਵਧੀਆ ਆਉਂਦੀ ਹੈ ਮੈਨੂੰ, ਉਸ ਤੋਂ ਗ੍ਰਾਮਰ ਠੀਕ ਹੈ, ਮੈਨੂੰ ਵੋਕੈਬਲਰੀ ਕਿੰਨੀ ਕੁ ਵਧੀਆ ਆਉਂਦੀ ਹੈ, ਉਸ ਤੋਂ ਬਾਅਦ ਤੁਸੀਂ ਆਪਣੇ ਸਟਰਕਚਰ ਨੂੰ ਵੀ ਦੇਖੋ, ਉਸ ਤੋਂ ਤੁਸੀਂ ਆਪਣੇ ਆਈਡੀਆਜ਼ ਨੂੰ ਦੇਖੋ। ਇਸ ਤਰੀਕੇ ਨਾਲ ਤੁਹਾਡਾ ਜਿਹੜਾ ਸਕੋਰ ਹੈਗਾ ਉਹ ਡੈਫੀਨਿਟਲੀ ਤੁਸੀਂ ਲੈ ਕੇ ਆਉਂਗੇ। ਤੇ ਅੱਜ ਮੈਂ ਬਹੁਤ ਡੀਪਲੀ ਪੜਾਉਣ ਲੱਗਿਆ ਕਿ ਇਸ ਤੋਂ ਬਾਅਦ ਕਦੇ ਰਾਈਟਿੰਗ 'ਚ ਪ੍ਰੋਬਲਮ ਦੀ ਚੀਜ਼ ਨਹੀਂ ਆਏਗੀ। ਮੈਂ ਉਧਰੋਂ ਰੀਫਰੇਜ਼ ਚੱਕੂੰਗਾ, ਇੱਥੇ ਮੈਂ ਰੀਫਰੇਜ਼ ਰੱਖ ਦੂੰਗਾ, ਥੀਸਿਸ ਵੀ ਇੱਥੇ ਰੱਖੂੰਗਾ, ਟਾਸਕ ਸਟੇਟਮੈਂਟ ਇੱਥੇ, ਐਕਸਪਲੇਨ ਇੱਥੇ, ਮਤਲਬ ਕਿ ਇੱਕ ਬੱਚੇ ਨੂੰ ਇਹ ਕਲੀਅਰ ਕਰ ਦੂੰਗਾ ਕਿ ਯਾਰ ਰਾਈਟਿੰਗ ਟਾਸਕ ਦੇ ਕਿਵੇਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਰਕੇ ਇੱਕ ਪੂਰਾ 250 ਵਰਡ ਦਾ ਇੱਕ ਟਾਸਕ ਰਮਨ ਸਰ ਨੇ ਤਿਆਰ ਕੀਤਾ। ਸੋ ਆਪਾਂ ਟਾਈਮ ਨੂੰ ਵੇਸਟ ਨਹੀਂ ਕਰਦੇ, ਤਾਂ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਚੀਜ਼ ਯੂਜ਼ ਕਰਦੇ ਆਪਾਂ ਇੰਟਰੋਡਕਸ਼ਨ ਦੇ ਵਿੱਚ, ਰੀਫਰੇਜ਼। ਰੀਫਰੇਜ਼ ਨੂੰ ਕਰਨ ਦਾ ਮਤਲਬ ਹੁੰਦਾ ਹੈ, ਜੋ ਆਪਾਂ ਨੂੰ ਰੈੱਡ ਕਲਰ ਦੇ ਵਿੱਚ ਸਟੇਟਮੈਂਟ ਅਲਾਰਮਿੰਗ ਰੇਟ ਤੱਕ ਇੱਥੇ ਤੱਕ ਦਿੱਤੀ ਗਈ ਆ, ਆਹ ਸਟੇਟਮੈਂਟ ਹੈ, ਇਹ ਤਾਂ ਕੁਐਸਚਨ ਹੈਗੇ, ਇਹਨੂੰ ਆਪਾਂ ਰੀਫਰੇਜ਼ ਨਹੀਂ ਲੈ ਕੇ ਆਉਂਦੇ। ਅਲਾਰਮਿੰਗ ਰੇਟ ਤੱਕ ਆਪਾਂ ਕਿਵੇਂ ਦੇ ਵਰਡਸ ਯੂਜ਼ ਕਰਾਂਗੇ ਕਿ ਜੋ ਲਿਖਿਆ ਹੋਇਆ ਉਹ ਚੇਂਜ ਕਰਕੇ ਲਿਖਿਆ ਜਾਵੇ। ਮਤਲਬ ਇਹ ਆ, ਮੇਰੇ ਕੋਲ ਮੰਨ ਕੇ ਚਲੋ ਜੇ 2000 ਬੱਚਾ ਵੀ ਇਸ ਟਾਈਮ ਪੜ੍ਹ ਰਹੇਗਾ, ਤਾਂ ਇਹ ਗੱਲ ਯਾਦ ਰੱਖਿਓ ਬੱਚੇ ਕਿ ਜੇ 2000 ਦਾ 2000 ਬੱਚਾ ਬਿਲਕੁਲ ਆਪਣੀ ਰੀਫਰੇਜ਼ ਅਲੱਗ ਕਰ ਦੇ, ਆਇਲਸ ਦੇ ਵਿੱਚ ਗਲਤ ਕਦੇ ਵੀ ਕੁਝ ਨਹੀਂ ਹੁੰਦਾ ਹੈਗਾ। ਹੁਣ ਤੁਸੀਂ ਇੱਕ ਚੀਜ਼ ਨੂੰ ਹੋਰ ਦਿਖਾਉਣਾ ਮੈਂ ਤੁਹਾਨੂੰ, ਮੈਂ ਰੀਫਰੇਜ਼ ਕਿਵੇਂ ਕੀਤਾ। ਰੀਫਰੇਜ਼ ਨੂੰ ਕਰਨ ਦਾ ਮਤਲਬ ਕਿ ਤੁਸੀਂ ਆਪ ਪਤਾ ਲੱਗੋ ਵੀ ਸਰ ਨੇ ਵੋਕੈਬਲਰੀ ਕਿਵੇਂ ਦੀ ਯੂਜ਼ ਕੀਤੀ। ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ, no one can deny। no one can deny ਦਾ ਮਤਲਬ ਹੈ ਕੋਈ ਬੰਦਾ ਇਸ ਚੀਜ਼ ਨੂੰ ਮਨਾ ਨਹੀਂ ਕਰ ਸਕਦਾ। ਟੌਪਿਕ ਇੰਟਰਸਟਿੰਗ ਹੈ, ਥੋੜਾ ਟਫ ਵੀ ਹੈ, ਪਰ ਈਜ਼ੀ ਕਰਕੇ ਪੜਾਉਂਗਾ ਤੇ ਉਸ ਤੋਂ ਬਾਅਦ ਤੁਹਾਨੂੰ ਫੀਲ ਕਰਾਉਂਗਾ ਕਿ ਰਮਨ ਸਰ ਐਵੇਂ ਪੜਾਇਆ ਤਾਂ ਐਗਜ਼ਾਮ 'ਚ ਡਾਊਟ ਨਾਮ ਦੀ ਚੀਜ਼ ਨਹੀਂ ਛੱਡਦਾ ਹੈਗਾ। no one can deny that, no one can deny the fact that the sum of the ਐਗਜ਼ੌਸਟਿਬਲ ਰਿਸੋਰਸਿਸ, ਜਿਹੜੇ ਐਗਜ਼ੌਸਟਿਬਲ ਰਿਸੋਰਸਿਸ ਹੁੰਦੇ ਨਾ ਬੇਟੇ, ਜਿਵੇਂ ਆਪਾਂ ਇਹਨੂੰ ਕਹਿੰਦੇ ਵੀ ਨੈਚੁਰਲ ਰਿਸੋਰਸਿਸ, ਇਹ ਸਿਨੋਨਿਮ ਹੈ। ਐਗਜ਼ੌਸਟਿਬਲ ਰਿਸੋਰਸਿਸ ਇਜ਼ ਅ ਸਿਨੋਨਿਮ ਆਫ ਨੈਚੁਰਲ ਰਿਸੋਰਸਿਸ। ਤਾਂ ਆਪਾਂ ਨੇ ਇੱਥੇ ਚੇਂਜ ਕਰਕੇ ਲਿਖਤਾ, ਆਰ ਬੀਇੰਗ ਓਵਰ ਯੂਟਿਲਾਈਜ਼ਡ। ਓਵਰ ਯੂਟਿਲਾਈਜ਼ ਮਤਲਬ ਕੀ ਹੋ ਗਿਆ ਕਿ ਆਉਣੇ ਲਿਖਿਆ ਨਾ, ਆਰ ਬੀਇੰਗ ਕੰਜ਼ਿਊਮਡ, ਜ਼ਿਆਦੇ ਵਰਤੇ ਜਾ ਰਹੇ ਨੇਗੇ, ਅਲਾਰਮਿੰਗ ਰੇਟ ਤੇ ਆ ਗਿਆ ਨਾ। ਮੈंने ਇੱਥੇ ਕੀ ਕੀਤਾ, ਬੀਇੰਗ ਓਵਰ ਯੂਟਿਲਾਈਜ਼ਡ ਬਾਈ ਹਿਊਮਨਸ। ਦੇਖੋ ਵਰਤਦਾ ਹਿਊਮਨ ਹੀ ਰਹੇਗਾ, ਕੌਮਾ। ਹੁਣ ਇਹਦੇ ਕਰਕੇ ਕੀ ਹੋ ਰਿਹਾ, ਡਿਊ ਟੂ ਵਿਚ these resources are on verge of extinction। ਜਿਹੜਾ verge of extinction ਹੈ ਨਾ ਬੱਚੇ, ਇਹ ਸਿਨੋਨਿਮ ਹੈ an alarming rate ਦਾ। ਮਤਲਬ ਇਹ verge of extinction ਦਾ ਮਤਲਬ ਇਹ ਹੈ ਕਿ ਖਤਰੇ ਦੀ ਕਗਾਰ ਤੇ ਹੋਣਾ। ਆਪਾਂ ਨੇ ਰੀਫਰੇਜ਼ ਕਿੱਥੇ ਤੱਕ ਕੀਤਾ ਸੀਗਾ, ਆਪਾਂ ਇਹਨੂੰ ਇੱਥੋਂ ਚੱਕਿਆ ਇੱਥੇ ਤੱਕ, ਇੱਥੇ ਤੱਕ, ਇੱਥੇ, that's fine। ਮੈਂ ਇੰਨਾ ਡੀਪ ਅੱਜ ਤੱਕ ਕਦੇ ਪੜਾਇਆ ਨਹੀਂ ਮੈਂ ਜਿੰਨਾ ਇਸ ਟਾਈਮ ਪੜਾਉਣ ਲੱਗਿਆ। ਤਾਂ ਬੇਨਤੀ ਹੈ ਕਿ ਵੀਡੀਓ ਨੂੰ ਬੜੇ ਵਧੀਆ ਤਰੀਕੇ ਨਾਲ ਦੇਖਿਓ, ਤੇ ਐਗਜ਼ਾਮ ਦੇ ਵਿੱਚ ਕਦੇ ਪ੍ਰੋਬਲਮ ਆ ਗਈ ਤਾਂ ਰਮਨ ਸਰ ਆਪ ਬੈਠਾ ਜ਼ਿੰਮੇਵਾਰ ਤੁਹਾਡਾ।
देखो मैं लिया के ਇਹਨੂੰ ਇੱਕ ਵਾਰ ਕਿਉਂ ਜਾਣ ਕੇ ਮੈਂ ਇੱਥੇ ਤੋੜ ਕੇ ਰੱਖ ਰਿਹਾ ਕਿ ਇੰਨੀ ਚੀਜ਼ ਮੇਰੀ ਰੀਫਰੇਜ਼ ਹੋ ਗਈ। ਮੈਂ ਸਾਰਿਆਂ ਨੂੰ ਕੱਲੀ ਕੱਲੀ ਲਾਈਨ ਨੂੰ ਵੀ ਇੱਥੇ ਲੈ ਕੇ ਆਉਂਗਾ, ਚਿੰਤਾ ਨਾ ਕਰੋ। ਰੀਫਰੇਜ਼ ਦਾ ਮਤਲਬ ਆ ਹੈਗਾ ਕਿ ਕੋਈ ਜੇ ਤੁਸੀਂ ਇਹ ਨਹੀਂ ਲਿਖਿਆ ਨਾ ਐਗਜ਼ਾਮ 'ਚ ਕਿ ਨੋ ਵਨ ਕੈਨ ਡਿਨਾਈ, ਗਲਤ ਨਹੀਂ ਹੈਗਾ, ਤੁਹਾਡੀ ਆਪਣੀ ਚੋਇਸ ਹੈ, ਤੁਸੀਂ ਜੋ ਮਰਜ਼ੀ ਲਿਖ ਸਕਦੇ ਹੋ। ਤੁਸੀਂ ਉਰੋਂ ਵੀ ਸਟਾਰਟ ਕਰ ਸਕਦੇ ਹੋ ਕਿ ਸਮ ਆਫ ਦਾ ਐਗਜ਼ੌਸਟਿਬਲ ਰਿਸੋਰਸਿਸ ਆਰ ਬੀਇੰਗ ਓਵਰ ਯੂਟਿਲਾਈਜ਼ਡ ਬਾਈ ਹਿਊਮਨ। ਕਈ ਐਵੇਂ ਦੇ ਰਿਸੋਰਸਿਸ ਨੇ ਜਿਹੜੇ ਬੰਦੇ ਦੁਆਰਾ ਵਰਤੇ ਜਾਂਦੇ ਨੇ, ਜਿਹਦੇ ਕਰਕੇ ਜਿਹੜੇ ਆ ਰਿਸੋਰਸਿਸ ਨੇਗੇ ਉਹ ਖਤਰੇ ਦੀ ਕਗਾਰ ਤੇ ਆ ਗਏ। ਇੱਥੇ ਵਰਜ ਆਫ ਐਕਸਟਿੰਕਸ਼ਨ ਹੈ, ਉੱਥੇ ਆਪਣੇ ਕੋਲੇ ਐਨ ਅਲਾਰਮਿੰਗ ਰੇਟ ਸੀਗਾ। ਦੈਟ ਇਜ਼ ਕਾਲਡ ਆ ਰੀਫਰੇਜ਼। ਰੀਫਰੇਜ਼ ਤੋਂ ਬਾਅਦ ਆਪਣੀ ਥੀਸਿਸ, ਤੇ ਥੀਸਿਸ ਲਾਈਨ ਆਪਾਂ ਨੂੰ ਇਹ ਸ਼ੋ ਕਰਦੀ ਹੈ ਮੇਰਾ ਐਸੇ ਕਿਸ ਚੀਜ਼ ਦਾ, ਪ੍ਰੋਬਲਮ ਸੋਲੂਸ਼ਨ ਦਾ। ਠੀਕ ਹੈ, ਮੈਂ ਆਪਣੇ ਐਸੇ ਚ ਕਿਹੜੀਆਂ ਚੀਜ਼ਾਂ ਨੂੰ ਮੈਂਸ਼ਨ ਕਰੂੰਗਾ ਜੋ ਮੈਂ ਬੋਡੀ 1 ਚ ਲਿਖੂੰਗਾ, ਜੋ ਮੈਂ ਬੋਡੀ 2 ਦੇ ਵਿੱਚ ਲਿਖੂੰਗਾ। ਮੈਂ ਉਹਨੂੰ ਪ੍ਰੋਪਰ ਐਗਜ਼ੈਕਟਲੀ ਥੀਸਿਸ ਲਾਈਨ ਦੇ ਵਿੱਚ ਹੀ ਦੱਸ ਦੂੰਗਾ ਕਿ ਮੇਰੀ ਬੋਡੀ 1 ਤੇ ਬੋਡੀ 2 ਚ ਕੀ ਹੈਗਾ। ਦੇਖੋ ਮੈਂ ਲਿਖਿਆ ਕਿਵੇਂ, ਦਿਸ ਐਸੇ ਵਿਲ ਐਕਸਪਲੀਕੇਟ। ਜਿਹੜਾ ਐਕਸਪਲੀਕੇਟ ਹੈ ਬੱਚੇ, ਦੈਟ ਇਜ਼ ਦਾ ਸਿਨੋਨਿਮ ਆਫ ਐਕਸਪਲੇਨ। ਤੁਸੀਂ ਨਾਲ ਨਾਲ ਲਿਖੀ ਜਾਓ, ਤੁਹਾਨੂੰ ਬੜੇ ਕੰਮ ਆਉਣਗੇ ਇਹ ਗੱਲਾਂ। ਜਿਹੜਾ ਐਸੇ ਹੈ ਵਿਲ ਐਕਸਪਲੀਕੇਟ ਦਾ ਮੇਜਰ ਕੌਨਸੀਕੁਐਂਸਿਸ, ਕੌਨਸੀਕੁਐਂਸਿਸ ਨਤੀਜੇ, ਮੇਜਰ ਜ਼ਰੂਰੀ ਨਤੀਜੇ ਦੱਸੂਗਾ ਮੈਂ ਆਫ ਦਿਸ, ਸਚ ਐਜ਼ ਕਿਹੜੇ ਨੇ ਉਹ। ਨੰਬਰ 1 ਤੇ ਮੈਂ ਲਿਖਿਆ ਬੱਚੇ ਕਲਾਈਮੇਟ ਚੇਂਜ। ਕਲਾਈਮੇਟ ਚੇਂਜ ਕੀ ਹੁੰਦਾ ਹੈ ਕਿ ਜਦੋਂ ਬਹੁਤ ਜ਼ਿਆਦਾ ਆਇਲ ਵਰਤਿਆ ਗਿਆ ਜਾਂ ਬਹੁਤ ਜ਼ਿਆਦਾ ਜੰਗਲ ਕੱਟੇ ਗਏ ਤਾਂ ਜਿਹੜਾ ਕਲਾਈਮੇਟ ਚੇਂਜ ਹੋ ਜਾਊਗਾ, ਵਾਤਾਵਰਨ ਹੈ ਜਿਹੜਾ ਉਹ ਚੇਂਜ ਹੋ ਜਾਏਗਾ। ਇਹ ਟਾਸਕ 1 ਮਤਲਬ ਕਿ ਟਾਸਕ 1 BP1 ਚ ਮੈਂ ਸਾਰੀ ਟਾਕ ਕਰਨੀ ਹੈ ਕਲਾਈਮੇਟ ਚੇਂਜ ਦੀ ਐਂਡ extinction of important species along with the solutions। ਤੇ ਦੂਜੇ ਪਾਸੇ ਜਿਹੜਾ ਟਾਸਕ 2 ਹੈਗਾ ਕਿ ਜਿਹੜੇ ਖਤਰੇ ਦੀ ਕਗਾਰ ਤੇ ਬਹੁਤ ਸਾਰੀਆਂ ਸਪੀਸੀਜ਼, ਬਹੁਤ ਸਾਰੇ ਜਾਨਵਰ ਨੇ ਜਿਹੜੇ ਜਾਂ ਪੰਛੀ ਨੇ ਜਿਹੜੇ ਉਹ ਇਹਨਾਂ ਕਰਕੇ ਖਤਰੇ ਦੀ ਕਗਾਰ ਤੇ ਆ ਚੁੱਕੇ ਨੇ। ਇਸ ਕਰਕੇ ਆਪਣਾ ਜਿਹੜਾ ਥੀਸਿਸ ਸੀਗਾ ਮੈਂ ਦਿਸ ਤੋਂ ਚੱਕਿਆ। ਮੈਂ ਤੁਹਾਨੂੰ ਅੱਜ ਇੰਨਾ ਕਿਉਂ ਡੀਪਲੀ ਪੜ੍ਹਾ ਰਿਹਾ, ਇਸ ਤੋਂ ਬਾਅਦ ਤੁਹਾਨੂੰ ਰਾਈਟਿੰਗ ਦੇ ਵਿੱਚ ਇੰਟਰਸਟ ਪੈ ਜਾਏਗਾ ਤੇ ਕੋਈ ਵੀ ਬੱਚਾ ਇਹਨੂੰ ਡਰ ਕੇ ਨਹੀਂ ਕਰੇਗਾ। ਯਕੀਨ ਕਰਿਓ ਐਗਜ਼ਾਮ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਸਮਝ ਆਏਗਾ। ਹੁਣ ਦੇਖੋ ਮੈਂ ਥੀਸਿਸ ਵੀ ਇੱਧਰ ਲੈ ਕੇ ਰੱਖਤੀ, ਇਹ ਮੈਂ ਤਾਂ ਲੈ ਕੇ ਆ ਰਿਹਾ ਬੱਚੇ, ਆਈ ਐਮ ਨਾਟ ਗੋਇੰਗ ਟੂ ਵੇਸਟ ਯੂਰ ਟਾਈਮ ਔਰ ਕੁਝ ਵੀ ਕਰ ਰਿਹਾ। ਇਹਦਾ ਮਤਲਬ ਇਹ ਹੈ ਮੈਂ ਤੁਹਾਨੂੰ ਇਹ ਸਿਖਾ ਰਿਹਾ ਕਿ ਇੱਕ ਐਸੇ ਡਿਜ਼ਾਈਨ ਕਿਵੇਂ ਕਰੀਦਾ ਹੈ। ਐਸੇ ਨੂੰ ਡਿਜ਼ਾਈਨ ਕਰਨ ਦਾ ਮਤਲਬ ਕੀ ਹੈਗਾ ਕਿ ਮੈਨੇ ਆ ਦੇਖੋ ਇੱਥੇ ਲਿਆ ਕੇ ਥੀਸਿਸ ਧਰਤੀ, ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਰ ਨੇ 2 ਚੀਜ਼ਾਂ ਤੋਂ ਲੈ ਕੇ ਇੰਟਰੋਡਕਸ਼ਨ ਬਣਾਈ ਤੇ ਮੈਨੂੰ ਇਹਦਾ ਹਾਫ ਬੈਂਡ ਮਿਲਣਾ ਹੈਗਾ। ਰੀਫਰੇਜ਼ ਦਾ ਮੈਨੇ ਰੀਫਰੇਜ਼ ਕੀਤਾ, ਥੀਸਿਸ ਦਾ ਮੈਨੇ ਥੀਸਿਸ ਕੀਤਾ। ਹੁਣ ਇਹ ਗੱਲ ਯਾਦ ਰੱਖਿਓ, ਜਦੋਂ ਐਗਜ਼ਾਮ ਕਰਨਾ ਹੈਗਾ ਇੱਕ ਵਾਰ ਇਸ ਐਸੇ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹ ਲਓ, ਪੇਪਰ ਦੇ ਵਿੱਚ ਕਦੇ ਜੇ ਪ੍ਰੋਬਲਮ ਆ ਗਈ ਨਾ ਤਾਂ ਰਮਨ ਸਰ ਆਪ ਜ਼ਿੰਮੇਵਾਰ ਹੋਣਗੇ। ਹੁਣ ਮੈਂ ਕੱਲੀ ਚੀਜ਼ ਇਹ ਵੀ ਦਿਖਾਉਂਗਾ ਤੁਹਾਨੂੰ, ਜੇ ਮੈਂ ਬੋਡੀ 1 ਲਿਖੂੰਗਾ ਨਾ ਟਾਸਕ ਸਟੇਟਮੈਂਟ ਕੀ ਲਿਆ ਕੇ ਰੱਖੀ ਹੈ ਮੈਨੇ, ਐਕਸਪਲੇਨ ਕਿਵੇਂ ਕਰਕੇ ਲਿਆ ਕੇ ਰੱਖਿਆ, ਐਗਜ਼ਾਮਪਲ ਕਿਹੜੀ ਦਿੱਤੀ ਹੈ ਮੈਨੇ, ਸੋਲੂਸ਼ਨ ਕਿਹੜਾ ਦਿੱਤਾ। ਇਸ ਤੋਂ ਡੀਪ ਕੋਈ ਪੜਾਉਂਦਾ ਨਹੀਂ ਹੈਗਾ। ਪਰ ਜੇ ਵੀਡੀਓ ਵਧੀਆ ਲੱਗੀ ਤਾਂ ਡੈਫੀਨਿਟਲੀ ਲਾਈਕ ਜ਼ਰੂਰ ਕਰਿਓ, ਕਿਉਂਕਿ એનર્ਜੀ ਬਹੁਤ ਲੱਗਦੀ ਹੈ ਇਹਨੂੰ ਬਣਾਉਣ ਦੇ ਉੱਤੇ। ਤੇ ਜਿਹੜਾ ਮੇਰੇ ਕੋਲ ਸੌਫਟਵੇਅਰ ਹੈ ਇਹ 'ਚ ਪਾਊਜ਼ ਨਹੀਂ ਹੁੰਦਾ ਹੈਗਾ ਤੇ ਕੰਟੀਨਿਊਸਲੀ ਆਈ ਹੈਵ ਟੂ ਟੀਚ। ਚਲੋ ਮੈਂ ਬੋਡੀ 1 ਸ਼ੁਰੂ ਕਰਦਾ। ਕੋਈ ਵੀ ਬੋਡੀ ਨੂੰ ਸ਼ੁਰੂ ਕਰਨ ਦੇ ਲਈ ਆਪਾਂ ਐਸੇ ਨੂੰ ਸ਼ੁਰੂ ਕਰਨ ਦੇ ਲਈ ਆਪਾਂ ਲਿਖ ਸਕਦੇ ਹੁੰਦੇ ਆ ਟੂ ਬਿਗਨ ਵਿਦ। ਟੂ ਬਿਗਨ ਵਿਦ, ਕਈ ਲੋਕ ਨਾ ਟੂ ਕਮੈਂਸ ਵਿਦ ਕਰਦੇ ਆ, ਕਈ ਲਿਖਦੇ ਆ ਫਸਟ ਐਂਡ ਫੋਰਮੋਸਟ। ਸਾਰਿਆਂ ਦਾ ਸਹੀ ਹੈ, ਗਲਤ ਕੋਈ ਵੀ ਨਹੀਂ ਹੈਗਾ, ਠੀਕ ਆ। ਟੂ ਬਿਗਨ ਵਿਦ ਤੋਂ ਮੈंने ਕੌਮਾ ਪਾਇਆ। ਵਨ ਆਫ ਦਾ ਬਿਗੇਸਟ ਪ੍ਰੋਬਲਮ ਵਿਚ ਕੈਨ ਅਰਾਈਜ਼। ਆਪਾਂ ਨੂੰ ਪ੍ਰੋਬਲਮ ਤੋਂ ਪਤਾ ਹੀ ਹੈ ਨਾ ਆਪਾਂ ਕਿਹਦੀ ਗੱਲ ਕਰਨੀ ਹੈ, ਕਲਾਈਮੇਟ ਚੇਂਜ ਦੀ ਗੱਲ ਕਰਾਂਗੇ ਆਪਾਂ, ਠੀਕ ਆ। To begin with, one of the biggest problem which can arise from over consumption of natural resources is changing climatic patterns। मतलब ਇੱਥੇ ਤੱਕ ਆਪਣੀ ਟਾਸਕ ਸਟੇਟਮੈਂਟ ਹੈ। ਮੈਂ ਕੀ ਕੀਤਾ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਨਾ ਬੱਚੇ ਉਹ ਕਾਹਦੀ ਆ ਰਹੀ ਹੈ, ਚੇਂਜਿੰਗ ਕਲਾਈਮੇਟ ਪੈਟਰਨ ਦੀ ਆ ਰਹੀ ਹੈ। ਕਿਹਦੇ ਕਰਕੇ ਆ ਰਹੀ ਹੈਗੀ, ਓਵਰ ਕੰਜ਼ੰਪਸ਼ਨ ਆਫ ਨੈਚੁਰਲ ਰਿਸੋਰਸਿਸ। ਜਿੰਨਾ ਜ਼ਿਆਦਾ ਆਪਾਂ ਨੈਚੁਰਲ ਰਿਸੋਰਸਿਸ ਨੂੰ ਯੂਜ਼ ਕਰ ਰਹੇ ਹਾਂ ਉਹਦੇ ਕਰਕੇ ਇਹ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਦੇਖੋ ਮੈंने ਕੀ ਕਰਿਆ, ਇੱਥੇ ਲਿਆ ਕੇ ਤੁਹਾਨੂੰ ਇੰਨਾ ਡੀਪਲੀ ਸਮਝਾ ਰਿਹਾ ਹੈਗਾ ਕਿ ਕੋਈ ਵੀ ਬੱਚਾ ਇਹ ਫੀਲ ਨਾ ਕਰੇ ਕਿ ਸਰ ਨੇ ਕਰਾਇਆ ਕੀ ਹੈਗਾ। ਦੇਖੋ ਮੈਂ ਇੱਥੇ ਲੈ ਕੇ ਟਾਸਕ ਸਟੇਟਮੈਂਟ ਧਰਤੀ, ਮੈਂ ਇਹਨੂੰ ਤੋੜ ਕੇ ਕਰਾ ਰਿਹਾ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਕਿੰਨੀਆਂ ਲਾਈਨਾਂ ਦਾ ਮੈंने ਟਾਸਕ ਸਟੇਟਮੈਂਟ ਲਿਖਿਆ, ਅੱਗੇ ਮੈਨੂੰ ਐਕਸਪਲੇਨ ਕਿਵੇਂ ਕਰੂੰਗਾ। ਤਾਂ ਆਪਾਂ ਸਭ ਤੋਂ ਪਹਿਲਾਂ ਪਹਿਰੇ 'ਚ ਇਹ ਚੀਜ਼ ਬੋਲਤੀ ਕਿ ਕਲਾਈਮੇਟਿਕ ਪੈਟਰਨ ਹੈ ਜਿਹੜਾ ਉਹ ਚੇਂਜ ਹੁੰਦਾ ਹੈ। ਹੁਣ ਦੇਖੋ ਮੈਂ ਇੱਥੋਂ ਸ਼ੁਰੂ ਕਰਿਆ ਇਨ ਅਦਰ ਵਰਡਸ ਦਾ ਮਤਲਬ ਹੈ ਕਿ ਮੈਂ ਇਸ ਚੀਜ਼ ਨੂੰ ਐਕਸਪਲੇਨ ਕਰਨ ਲੱਗਿਆ। ਇਨ ਅਦਰ ਵਰਡਸ ਤੋਂ ਬਾਅਦ ਮੈंने ਕੌਮਾ ਮੈਂਸ਼ਨ ਕੀਤਾ। ਨੌਨ ਰਿਨਿਊਏਬਲ ਰਿਸੋਰਸਿਸ, ਨੌਨ ਰਿਨਿਊਏਬਲ ਹੁੰਦੇ ਨੇ ਜਿਹੜੇ ਇੱਕ ਵਾਰ ਯੂਜ਼ ਕਰ ਲਏ ਦੁਬਾਰੇ ਆਪਾਂ ਉਹਨਾਂ ਨੂੰ ਵਰਤ ਨਹੀਂ ਸਕਦੇ। ਹੁਣ ਆਪਾਂ ਆਪਣੀ ਕਾਰ 'ਚ ਪੈਟਰੋਲ ਡੀਜ਼ਲ ਕੁਝ ਵੀ ਪਵਾਉਂਦੇ ਆ, ਉਹ ਇਹ ਥੋੜੀ ਕਿ ਦੁਬਾਰੇ ਆ ਜਾਂਦਾ, ਉਹਦਾ ਖਤਮ, ਬਲਕਿ ਇੱਕ ਵਾਰ ਕਿੰਨਾ ਕੁ ਟਾਈਮ ਚੱਲੀ ਜਾਊਗਾ ਇਹ। ਕਹਿੰਦਾ ਇਨ ਅਦਰ ਵਰਡਸ ਐਕਸਪਲੇਨ ਕਰ ਰਿਹਾ ਮੈਨੂੰ, ਨੌਨ ਰਿਨਿਊਏਬਲ ਜਿਹੜੇ ਰਿਸੋਰਸਿਸ ਨੇ ਆਫ એનર્ਜੀ ਸੱਚ ਐਜ਼ ਆਇਲ, ਜਿਹੜਾ ਆਇਲ ਹੈ
causes 에ਅਰ ਪੋਲਿਊਸ਼ਨ, ਮੈਨੂੰ ਐਕਸਪਲੇਨ ਕਰ ਰਿਹਾ ਵੀ ਜਿਹੜੇ ਨॉन ਰਿਨਿਊਏਬਲ ਨੇ ਨਾ ਇਹ ਕਾਰਨ ਬਣਦੇ ਨੇ 에ਅਰ ਪੋਲਿਊਸ਼ਨ ਦਾ, ਬਿਕਾਜ਼ ਬਰਨਿੰਗ ਆਫ ਸੱਚ ਫੋਸਿਲ ਫਿਊਲ, ਜਦੋਂ ਇਹ ਬਰਨ ਕਰਦੇ ਨੇਗੇ ਐਮਿਟਸ ਪੈਸਟੀਫੋਰੀਅਸ ਗੈਸਿਸ। ਪੈਸਟੀਫੋਰੀਅਸ ਗੈਸਿਸ ਹੁੰਦੀਆਂ ਨੇ ਬੱਚੇ ਜਿਹੜੀਆਂ ਖਤਰਨਾਕ ਗੈਸਿਸ ਹੁੰਦੀਆਂ ਨੇ, ਉਹਨਾਂ ਨੂੰ ਪੈਸਟੀਫੋਰੀਅਸ ਗੈਸਿਸ ਵੀ ਕਹਿੰਦੇ ਆ। ਉਸ ਤੋਂ ਓਇੰਗ ਟੂ ਦਾ ਮਤਲਬ ਹੈ ਡਿਊ ਟੂ, ਆਪਾਂ ਨੇ ਓਇੰਗ ਟੂ ਨੂੰ ਆਪਾਂ ਡਿਊ ਟੂ ਵੀ ਕਹਿ ਸਕਦੇ ਹਾਂ। ਓਇੰਗ ਟੂ ਵਿਚ ਕੁਆਲਿਟੀ ਆਫ 에ਅਰ ਡੈਟਰੀਓਰੇਟਸ, ਡੈਟਰੀਓਰੇਟਸ ਹੁੰਦਾ ਹੈਗਾ ਕਿ ਖਤਮ ਹੋਣੀ, ਮਤਲਬ ਕਿ ਗੰਦੀ ਹੋਣੀ, ਜਿਹਦੇ ਕਰਕੇ ਬਹੁਤ ਜ਼ਿਆਦਾ ਹਵਾ ਜਿਹੜੀ ਹੈ ਉਹ ਗੰਦੀ ਹੋ ਜਾਂਦੀ ਹੈਗੀ। ਮਤਲਬ ਕੀ ਕਰਿਆ ਮੈंने ਇੱਥੇ ਤੋਂ ਲੈ ਕੇ ਇੱਥੇ ਤੱਕ ਇਹਨੂੰ ਪ੍ਰੋਪਰ ਐਕਸਪਲੇਨ ਕੀਤਾ ਕਿ ਜਿਹੜੇ ਇਹ ਆਪਾਂ ਨॉन ਰਿਨਿਊਏਬਲ ਆਪਾਂ ਇਹਨਾਂ ਨੂੰ ਯੂਜ਼ ਕਰਦੇ ਆ, ਇਹਨਾਂ ਨਾਲ ਪ੍ਰੋਬਲਮ ਕੀ ਆਉਂਦੀ ਹੈਗੀ, ਹਵਾ ਜਦੋਂ ਮਤਲਬ ਕਿ ਬਰਨ ਹੁੰਦੇ ਨੇਗੇ ਤਾਂ ਪੈਸਟੀਫੋਰੀਅਸ ਗੈਸਿਸ ਨੂੰ ਛੱਡਦੇ ਨੇ। ਗੈਸਿਸ ਨੂੰ ਛੱਡਣ ਤੋਂ ਬਾਅਦ ਇਹਨਾਂ ਦਾ ਕੀ ਹੋ ਜਾਂਦਾ ਹੈਗਾ ਬੱਚੇ ਕਿ ਗੈਸਾਂ ਨੂੰ ਛੱਡਣ ਤੋਂ ਬਾਅਦ ਇਹ ਜਿਹੜੀ ਹਵਾ ਤਾਜ਼ੀ ਹਵਾ ਹੈਗੀ ਉਹਨੂੰ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਆ। ਦੇਖੋ ਉੱਪਰਲੇ ਚ ਮੈंने ਟਾਸਕ ਸਟੇਟਮੈਂਟ ਦਿੱਤਾ ਤੇ ਇਹ ਚ मैंने ਐਕਸਪਲੇਨ ਕਰਤਾ। ਇਹਨੂੰ ਮੈਂ ਹੋਰ ਛੋਟਾ ਕਰ ਦਾਂ ਤੁਹਾਨੂੰ ਪ੍ਰੋਪਰ ਆਲੋ, ਕਿਉਂਕਿ ਤੁਹਾਨੂੰ ਇਹ ਪਤਾ ਲੱਗ ਜੇ ਕਿ ਸਰ ਨੇ ਲਿਖਿਆ ਕਿਵੇਂ ਆ। ਹੁਣ ਮੈਨੂੰ ਦੇਖੋ ਟਾਸਕ ਸਟੇਟਮੈਂਟ ਚ मैंने ਇਹ ਦੱਸਿਆ ਕਿ ਓਵਰ ਕੰਜ਼ੰਪਸ਼ਨ ਕਰਦੇ ਨੇ, ਐਕਸਪਲੇਨ ਚ ਦੱਸਦਾ ਕਿ ਜਦੋਂ ਇਹ ਬਰਨ ਕਰਦੇ ਨੇਗੇ ਤਾਂ ਉਹਦੇ ਨਾਲ ਸਾਡੀ ਜਿਹੜੀ ਹਵਾ ਹੈ ਉਹ ਖਰਾਬ ਹੁੰਦੀ ਹੈ। ਥਰਡ ਨੰਬਰ ਤੇ ਮੈਂ ਕੀ ਕਰਨਾ ਐਡ ਪੁੱਤ, ਐਗਜ਼ਾਮਪਲ। ਹੁਣ ਐਗਜ਼ਾਮਪਲ ਲਈ मैंने ਕੀ ਲਿਖਿਆ ਇਹਦਾ, ਟੂ ਐਗਜ਼ਾਮਪਲੀਫਾਈ। ਇਹਦੀ ਜਗ੍ਹਾ ਤੇ ਤੁਸੀਂ ਬੜੇ ਵਰਡ ਨੇ, ਜਿਵੇਂ ਆਪਾਂ ਟੂ ਐਪੀਟੋਮ ਕਹਿ ਦਿੰਦੇ ਹੁੰਦੇ ਆ ਨਾ, ਜਾਂ ਫॉर ਇੰਸਟੈਂਸ ਕਹਿ ਦਿੰਦੇ ਆ, ਤੇ ਟੂ ਐਗਜ਼ਾਮਪਲੀਫਾਈ ਵੀ ਵਰਡ ਹੈਗਾ। ਟੂ ਐਗਜ਼ਾਮਪਲੀਫਾਈ ਪੈਟਰੋਲ ਐਂਡ ਡੀਜ਼ਲ ਯੂਜ਼ਡ ਇਨ ਆਟੋਮੋਬਾਈਲਸ। ਆਟੋਮੋਬਾਈਲਸ ਹੁੰਦੇ ਨੇ ਵਹੀਕਲ। ਇਹ ਐਗਜ਼ਾਮਪਲ ਦੇ ਰਿਹਾ ਵੀ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਨਾ ਇਹ ਆਟੋਮੋਬਾਈਲ 'ਚ ਵਰਤਿਆ ਜਾਂਦਾ ਹੈ। ਰਿਲੀਜ਼ ਗ੍ਰੀਨ ਹਾਊਸ ਗੈਸਿਸ। ਹੁਣ ਮੈਂ ਇਹਨੂੰ ਇੱਥੇ ਤੁਹਾਡੇ ਲਈ ਕਰਦਾ, ਵੀਡੀਓ ਨੂੰ ਕੱਟ ਕੇ ਨਾ ਦੇਖਿਓ, ਫਿਰ ਮਜ਼ਾ ਨਹੀਂ ਆਉਣਾ ਪੜੇ ਦਾ। ਜਦੋਂ ਵੀ ਫਰੀ ਹੋਏ ਆਰਾਮ ਨਾਲ ਉਦੋਂ ਪਤਾ ਲੱਗੇ ਵੀ ਹਾਂ ਰਮਨ ਸਰ ਤੁਸੀਂ ਪੜਾਉਂਦੇ ਹੋ ਕੋਈ ਚੀਜ਼ ਤੇ ਅਸੀਂ ਪੜ੍ਹਦੇ ਹਾਂ। ਤੇ ਮੈਨੂੰ ਐਗਜ਼ਾਮਪਲ ਨੂੰ ਥੋੜਾ, ਕਿਉਂਕਿ 2 ਪੇਜਿਸ ਤੇ ਮੈਂ ਪਹਿਲਾਂ ਇਧਰ ਲਿਆ ਕੇ ਰੱਖਤੀ, ਹੁਣ ਮੈਂ ਅਗਲੇ ਪੇਜ ਨੂੰ ਚੱਕਦਾ। ਕਹਿੰਦਾ ਇਹਦੇ ਨਾਲ ਕੀ ਹੋ ਰਿਹਾ ਹੈਗਾ ਬੱਚੇ, ਜਿਹੜਾ ਗ੍ਰੀਨ ਹਾਊਸ ਦੀਆਂ ਵੇਟ जस्ट 1 सेकंड, मैं ਤੁਹਾਨੂੰ ऐसे थोड़ा बंद हो गया सी, इट्स ओके डी। ਤੁਹਾਨੂੰ ਬੜਾ ਹੈਲਪਫੁਲ ਹੋਏਗਾ ਤੇ ਐਗਜ਼ਾਮ ਤੁਹਾਨੂੰ ਪਤਾ ਲੱਗੇਗਾ ਕਿ ਹਾਂ ਸਰ ਇੱਕ ਇੱਕ ਚੀਜ਼ ਕਲੀਅਰ ਕਰੀ ਹੋਈ ਆ। ਲੋ ਜੀ ਆ ਗਿਆ ਆਪਣੇ ਕੋਲੇ, ਆਪਾਂ ਐਗਜ਼ਾਮਪਲ ਦੇ ਰਹੇ ਸੀ ਇਹਦੀ, ਤੇ ਉਹ ਕਹਿੰਦਾ ਵੀ ਜਿਹੜੇ ਪੈਟਰੋਲ ਤੇ ਡੀਜ਼ਲ ਨੇਗੇ ਇਹਨਾਂ ਨੂੰ ਜਦੋਂ ਜ਼ਿਆਦਾ ਯੂਜ਼ ਕਰਦੇ ਆ ਤਾਂ ਗ੍ਰੀਨ ਹਾਊਸ ਗੈਸਿਸ ਵਿਚ ਇਜ਼ ਲੀਡਿੰਗ ਟੂ ਕੈਟਾਸਟ੍ਰੋਫਿਕ ਇਫੈਕਟ। ਕੈਟਾਸਟ੍ਰੋਫਿਕ ਇਫੈਕਟ ਹੁੰਦੇ ਨੇ ਬਹੁਤ ਮਾੜੇ ਪ੍ਰਭਾਵ, ਲਾਈਕ ਗਲੋਬਲ ਵਾਰਮਿੰਗ, ਜਿਵੇਂ ਕਿ ਗਲੋਬਲ ਵਾਰਮਿੰਗ ਤੱਕ। ਗਲੋਬਲ ਵਾਰਮਿੰਗ ਤੁਸੀਂ ਸਮਝ ਹੋਗੇ ਨਾ, ਜਿਹੜੀ ਧਰਤੀ ਦੇ ਤਪਸ਼ ਵੱਧਦੀ ਆ। ਦੇਖੋ ਜਿੰਨੇ ਜ਼ਿਆਦਾ ਵਹੀਕਲ ਚੱਲਣਗੇ ਉਨਾ ਜ਼ਿਆਦਾ ਪ੍ਰਦੂਸ਼ਣ ਹੋਊਗਾ, ਜਿੰਨਾ ਪ੍ਰਦੂਸ਼ਣ ਹੋਊਗਾ ਉਨੀ ਧਰਤੀ ਦੇ ਉੱਤੇ ਗਰਮੀ ਹੋਊਗੀ, ਤੇ ਇਹਦੇ ਨਾਲ ਕੀ ਹੋਏਗਾ ਬੱਚੇ ਕਿ ਆਪਣਾ ਨੈਚੁਰਲ ਜਿਹੜਾ ਆਪਣਾ ਵਾਤਾਵਰਨ ਹੈ ਉਹ ਵੀ ਬਹੁਤ ਵੱਡੇ ਲੈਵਲ ਤੇ ਖਰਾਬ ਹੋਣਾ ਸ਼ੁਰੂ ਹੋਏਗਾ। ਹੁਣ ਤੁਸੀਂ ਇਹ ਦੇਖੋ ਕਿ ਮੈਂ ਐਗਜ਼ਾਮਪਲ ਕੀ ਲਿਖਿਆ, ਮੈਂ ਜੋੜਦਾ ਨੇ ਇਹਨਾਂ ਨੂੰ, ਪਹਿਲਾਂ ਟੁੱਟਿਆ ਹੋਇਆ ਨਾ। ਲਓ ਜੀ ਮੈਂ ਇੱਥੇ ਤੱਕ ਇਹਨੂੰ, ਦੈਟਸ ਫਾਈਨ, ਇਟਸ ਓਕੇ। ਬੋਰ ਨਾ ਹੋਇਆ ਕਰੋ, ਆਇਲਸ ਬੜੀ ਇੰਟਰਸਟਿੰਗ ਹੈ। ਪੜ੍ਹਨ ਵਾਲਾ ਤੇ ਪੜਾਉਣ ਵਾਲਾ 2 ਬੰਦੇ ਚਾਹੀਦੇ ਹੁੰਦੇ ਆ, ਫਿਰ ਟੇਸਟ ਆਉਂਦਾ ਵੀ ਸਰ ਕੋਈ ਚੀਜ਼ ਪੜ੍ਹਾਈਏ ਸਾਨੂੰ। ਦੇਖੋ ਪੁੱਤ मैंने एग्जाम्पल ਨੂੰ ਮੈਂ ਤੁਹਾਨੂੰ ਇੱਕ ਵਾਰ ਇੱਥੇ ਵੀ ਕਲੀਅਰ ਕਰਦਾ ਨਾ। ਮੈਂ ਲਿਖਿਆ ਕਿ ਐਗਜ਼ਾਮਪਲੀਫਾਈ ਕੀਤਾ, ਪੈਟਰੋਲ ਤੇ ਡੀਜ਼ਲ ਨੇ ਜਿਹੜੇ ਉਹ ਯੂਜ਼ਡ ਇਨ ਆਟੋਮੋਬਾਈਲ ਨੇ, ਉਹ ਰਿਲੀਜ਼ ਕਰਦੇ ਨੇ ਗ੍ਰੀਨ ਹਾਊਸ, ਮਤਲਬ ਕਿ ਜਿਹੜੀਆਂ ਗਰਮ ਗੈਸਾਂ ਨੇ ਉਹਨਾਂ ਨੂੰ ਕਰਦੇ ਆ, ਵਿਚ ਇਜ਼ ਲੀਡਿੰਗ ਟੂ ਕੈਟਾਸਟ੍ਰੋਫਿਕ ਇਫੈਕਟ, ਬਹੁਤ ਮਾੜੇ ਪ੍ਰਭਾਵ ਆਉਂਦੇ ਆ, ਲਾਈਕ ਗਲੋਬਲ ਵਾਰਮਿੰਗ, ਜਿਵੇਂ ਕਿ ਗਲੋਬਲ ਵਾਰਮਿੰਗ। ਤੁਸੀਂ ਹੁਣ ਇਹ ਚੀਜ਼ ਨੂੰ ਨੋਟ ਕਰੋ। ਦੇਖੋ ਮੈਂ ਇੱਕ ਬਾਡੀ ਨੂੰ ਬਣਾਉਣ ਦੇ ਲਈ ਕਿੰਨੀਆਂ ਚੀਜ਼ਾਂ ਨੂੰ ਐਡ ਕਰ ਰਿਹਾ, ਇਹਨੂੰ ਵੀ ਪ੍ਰੋਪਰ ਐਡ ਕਰਕੇ ਦਿਖਾਇਆ, ਐਕਸਪਲੇਨ ਵੀ ਕੀਤਾ, ਤੇ ਉਸ ਤੋਂ ਬਾਅਦ ਮੈंने ਉਹਦੀ ਇੱਕ ਐਗਜ਼ਾਮਪਲ ਵੀ ਦਿੱਤੀ। ਹੁਣ ਮੈਨੂੰ ਲਾਸਟ ਇਹਦਾ ਸੋਲੂਸ਼ਨ ਵੀ ਤਾਂ ਦੇਣਾ ਨਾ। ਇਹ ਐ ਨਾ ਸਮਝੋ ਵੀ ਸਰ ਨੇ ਤੋੜ ਕੇ ਪੜ੍ਹਾ ਰਹੇ ਨੇ। ਮੈਂ ਤੁਹਾਨੂੰ ਪ੍ਰੋਪਰ ਐਸੇ, ਜੇ ਕਿਸੇ ਬੱਚੇ ਨੂੰ ਚਾਹੀਦਾ ਹੋਇਆ ਮੈਂ ਤੁਹਾਨੂੰ WhatsApp ਵੀ ਕਰ ਦੂੰਗਾ, ਕੋਈ ਚੱਕਰ ਨਹੀਂ ਹੈਗਾ, ਪਰ ਤੁਸੀਂ ਇਹਨੂੰ ਪੜ੍ਹਨਾ ਤੁਹਾਡੇ ਲਈ ਫਰਜ਼ ਹੈ। ਹੁਣ ਲਾਸਟ ਆਪਣੇ ਕੋਲੇ ਇੱਕ ਚੀਜ਼ ਰਹਿ ਗਈ ਬੱਚੇ, ਜਸਟ ਵੇਟ, ਇਹਨੂੰ ਹੋਰ ਐਕਸਪਲੇਨ ਕਰ ਰਿਹਾ ਹੈਗਾ, ਥੋੜਾ ਹਲੇ ਬਚਿਆ ਹੈਗਾ। ਮੋਰ ਓਵਰ ਜ਼ਿਆਦਾ ਐਕਸਪਲੇਨ ਕਰਦਾ ਤੇ ਵਧੀਆ ਵਰਡਸ ਦਾ ਯੂਜ਼ ਕੀਤੇ ਆ ਮੈंने ਚ। Moreover, these resources are present in a limited amount। ਜਿਹੜੇ ਇਹ ਰਿਸੋਰਸਿਸ ਨੇ ਨਾ ਇਹ ਤਾਂ ਲਿਮਿਟਡ ਅਮਾਉਂਟ ਚ ਨੇਗੇ ਇਨ ਨੇਚਰ,
and their over usage can lead to their disappearance ਹੁੰਦਾ ਗਾਇਬ ਹੋ ਜਾਣਾ। ਮਤਲਬ ਕੀ ਹੋਗਾ ਕਿ ਜੇ ਇਹ ਲਿਮਿਟਡ ਰਿਸੋਰਸਿਸ ਨੇ, ਆਪਾਂ ਬਹੁਤ ਜ਼ਿਆਦਾ ਵਹੀਕਲ ਚਲਾਏ ਗਏ, ਇੱਕ ਦਿਨ ਜੇ ਆ ਕੇ ਪੈਟਰੋਲ ਤੇ ਡੀਜ਼ਲ ਖਤਮ ਹੋ ਗਏ, ਫਿਰ ਆਪਾਂ ਕੀ ਕਰਾਂਗੇ? ਉਹ ਕਾਹਦੇ ਸਾਰੇ ਕੋ ਪਾਣੀ ਦੇ ਤਾਂ ਚੱਲਦੇ ਨਹੀਂ ਹੈਗੇ। ਤਾਂ ਹੁਣ ਆਪਾਂ ਇਹਨੂੰ ਐਕਸਪਲੇਨ ਪ੍ਰੋਪਰ ਕਰਦਾ ਐਗਜ਼ਾਮਪਲ ਦੇ ਵਿੱਚ। ਹੁਣ ਟੂ ਟੈਕਲ ਦਿਸ, ਟੈਕਲ ਹੁੰਦਾ ਕਿਸੇ ਵੀ ਪ੍ਰੋਬਲਮ ਨੂੰ ਟੈਕਲ ਕਰਨਾ, ਮਤਲਬ ਕਿ ਆਪਾਂ ਹੁਣ ਇਹਦਾ ਸੋਲੂਸ਼ਨ ਦੇਣ ਜਾ ਰਹੇ ਹਾਂ, ਕਿਉਂਕਿ ਚੌਥਾ ਨੰਬਰ ਆਪਣਾ ਸੋਲੂਸ਼ਨ ਸੀਗਾ। ਆਪਾਂ ਟਾਸਕ ਸਟੇਟਮੈਂਟ ਵੀ ਦੱਸੀ, ਆਪਾਂ ਉਹਨੂੰ ਐਕਸਪਲੇਨ ਵੀ ਕੀਤਾ, ਆਪਾਂ ਉਹਦਾ ਐਗਜ਼ਾਮਪਲ ਵੀ ਦਿੱਤਾ, ਤਿੰਨ ਚੀਜ਼ਾਂ ਦਿੱਤੀਆਂ। ਆਪਣੇ ਕੋਲ ਚੌਥੀ ਚੀਜ਼ ਹੈਗੀ ਸੋਲੂਸ਼ਨ ਦੇਣਾ। ਸੋਲੂਸ਼ਨ ਦੇਖੋ ਮੈਂ ਕਿਵੇਂ ਦਿੱਤਾ, ਟੂ ਟੈਕਲ ਦਿਸ ਕੋਮਾ, ਤੇ ਜਿਵੇਂ ਟੂ ਬਿਗਨ ਵਿਦ ਕੋਮਾ, ਟੈਕਲ ਦਿਸ, ਮੋਰ ਓਵਰ ਹਰੇਕ ਕਨੈਕਟਰ ਤੋਂ ਬਾਅਦ ਕੋਮਾ ਜ਼ਰੂਰ ਪਾਉਣਾ, ਇਹ ਬੜਾ ਵੈਲਿਊਏਬਲ ਹੈ, ਠੀਕ ਹੈ। ਟੂ ਟੈਕਲ ਦਿਸ individuals should run their vehicles on natural gas CNG, ਮਤਲਬ ਜਿਹੜੇ ਲੋਕ ਨੇ ਨਾ, ਉਹ ਇੰਡੀਵਿਜੂਅਲਸ ਲੋਕਾਂ ਨੇ ਸਿਨੋਨਿਮ ਯੂਜ਼ ਕੀਤਾ, ਤੇ ਆਹੀ ਚੀਜ਼ਾਂ ਦੇ ਬੈਂਡ ਸਕੋਰ ਮਿਲਦੇ ਨੇ। ਜਿਹੜਾ LR ਹੈ ਲੈਕਸੀਕਲ ਰਿਸੋਰਸ, ਕਿ ਮੈਂ ਵਰਡਸ ਕਿਵੇਂ ਚੇਂਜ ਕਰਕੇ ਲਿਖਦਾ ਹੁੰਦਾ। ਜਿਹੜੇ ਇੰਡੀਵਿਜੂਅਲ should run their vehicles on natural gas instead of petrol and diesel, ਉਹਨਾਂ ਨੂੰ CNG ਤੇ ਚਲਾਉਣਾ ਚਾਹੀਦਾ, ਨਾ ਕਿ ਪੈਟਰੋਲ ਡੀਜ਼ਲ ਤੇ। It is eco-friendly, ਨਾਲੇ ਤਾਂ ਇਹ eco-friendly ਹੁੰਦੇ ਆ, and ownership of cars should be restricted by legal authorities, legal authorities ਹੁੰਦੇ ਨੇ ਗਵਰਨਮੈਂਟ। ਜਿਹੜੇ ਕਾਰਾਂ ਦੇ ਮਾਲਕ ਨੇਗੇ, ਉਹਨਾਂ ਨੂੰ ਸਰਕਾਰ ਵੱਲੋਂ ਪ੍ਰੋਪਰ ਰੈਸਟ੍ਰਿਕਟ ਕਰਨਾ ਚਾਹੀਦਾ ਹੈ to limit the use of oil, ਤੇ ਜਿਹੜਾ ਆਇਲ ਹੈਗਾ ਉਹਦਾ ਜਿਹੜਾ ਯੂਜ਼ ਹੈ ਉਹ ਲਿਮਿਟ 'ਚ ਕਰਨਾ ਚਾਹੀਦਾ ਹੈਗਾ। ਇਹ ਨਹੀਂ ਹੈਗਾ ਕਿ ਆਪਣੇ ਕੋਲ ਜੇਬ 'ਚ ਪੈਸੇ ਹੈਗੇ ਨੇ, ਗੱਡੀ ਭਜਾਈ ਚਲੋ ਜੀ, ਜੋ ਮਰਜ਼ੀ ਕਰੀ ਚਲੋ। ਪਰ ਦੇਖੋ, ਆਪਾਂ ਉਹਨੂੰ ਇਹ ਹੁੰਦਾ ਕਿ ਮੈਂ ਆਪਦੇ ਪੈਸਿਆਂ ਦਾ ਯੂਜ਼ ਕਰ ਰਿਹਾ, ਪਰ ਕਿਤੇ ਨਾ ਕਿਤੇ ਆਪਾਂ ਨੇਚਰ ਦੇ ਦੁਸ਼ਮਣ ਵੀ ਤਾਂ ਬਣੇ ਬੈਠੇ ਹੈਗੇ। ਤਾਂ ਇਹ ਪ੍ਰੋਪਰ ਮੈਨੇ ਇੱਕ ਬਾਡੀ ਪੈਰਾਗ੍ਰਾਫ ਹੈ ਜਿਹੜਾ ਬੱਚੇ ਉਹ ਮੈਨੇ ਬਣਾ ਦਿੱਤਾ, ਦੇਖੋ ਧਿਆਨ ਨਾਲ। ਉਮੀਦ ਹੈ ਤੁਹਾਨੂੰ ਇੰਟਰਸਟਿੰਗ ਲੱਗ ਰਿਹਾ ਹੋਏਗਾ, ਤੇ ਪੇਪਰ ਦੇ ਵਿੱਚ ਮੇਰੀਆਂ ਗੱਲਾਂ ਬੜੀਆਂ ਕੰਮ ਆਉਣਗੀਆਂ, ਇਹ ਗੱਲ ਯਾਦ ਰੱਖਿਓ। ਦੇਖੋ, ਇੱਕ ਬਾਡੀ ਨੂੰ ਬਣਾਉਣ ਦੇ ਲਈ ਮੈਂ 4 ਚੀਜ਼ਾਂ ਤੋੜ ਕੇ ਲਿਆਇਆ ਤੁਹਾਡੇ ਲਈ। 4 ਚੀਜ਼ਾਂ ਚ ਕਿਹੜੀਆਂ? ਮੈਂ ਟਾਸਕ ਸਟੇਟਮੈਂਟ ਵੀ ਦਿੱਤਾ, ਮੈਨੂੰ ਐਕਸਪਲੇਨ ਵੀ ਕੀਤਾ, ਮੈਂ ਇਹਦਾ ਐਗਜ਼ਾਮਪਲ ਵੀ ਦਿੱਤਾ, ਤੇ ਮੈਂ ਇਹਦਾ ਸੋਲੂਸ਼ਨ ਵੀ ਦਿੱਤਾ। ਦਿਸ ਇਜ਼ ਕਾਲਡ ਬਾਡੀ 1। ਇਹ ਸਟਰਕਚਰ ਵੀ ਸਹੀ ਹੈ, ਸਟਰਕਚਰ ਚੋਂ ਵੀ ਬੈਂਡ ਮਿਲਣਗੇ, ਗ੍ਰਾਮਰ ਵੀ ਸਹੀ ਹੈ, ਗ੍ਰਾਮਰ ਚੋਂ ਵੀ ਮਿਲਣਗੇ, ਲੈਕਸੀਕਲ ਰਿਸੋਰਸਿਸ ਵੀ ਸਹੀ ਆ, ਤੇ ਆਪਣਾ ਟਾਸਕ ਰਿਸਪੌਂਸ ਵੀ ਬੜਾ ਵਧੀਆ। ਹੁਣ ਆਪਾਂ ਟਾਸਕ 2 ਕਰਨਾ ਹੈ, ਸੌਰੀ ਟਾਸਕ 2 ਦਾ ਬਾਡੀ 2 ਕਰਨਾ ਹੈ, ਤੇ ਬਾਡੀ 2 ਦੇ ਵਿੱਚ ਆਪਾਂ ਨੇ ਥੀਸਿਸ ਦੇ ਵਿੱਚ ਪਹਿਲੀ ਮੈਂਸ਼ਨ ਕਰਕੇ ਆਏ ਹੋਏ ਆ। ਦੇਖੋ, ਲੈਟ ਮੀ ਸ਼ੋ ਯੂ। ਹਾਂ, ਥੀਸਿਸ ਦੇ ਆਪਣੇ ਕਲਾਈਮੇਟ ਚੇਂਜ ਦੀ ਸਾਰੀ ਗੱਲ ਕਰਤੀ। ਹੁਣ ਕਾਹਦੀ ਚੇਂਜ ਕਰਨੀ ਹੈ? ਐਕਸਟਿੰਕਸ਼ਨ ਆਫ ਇੰਪੋਰਟੈਂਟ ਸਪੀਸੀਜ਼। ਬੜੇ ਸਪੀਸੀਜ਼ ਨੇ, ਜਾਨਵਰ ਪੰਛੀ ਐਵੇਂ ਦੇ ਨੇ ਜਿਹੜੇ ਖਤਰੇ ਦੀ ਕਗਾਰ ਤੇ ਆਏ ਹੋਏ ਨੇ, ਹੁਣ ਆਪਾਂ ਉਹਨਾਂ ਦੀ ਗੱਲ ਕਰਾਂਗੇ ਬਾਡੀ 2 ਦੇ ਵਿੱਚ, ਠੀਕ ਆ। ਤੇ ਆਪਣਾ ਬਾਡੀ 2 ਹੈ ਜਿਹੜਾ ਬੱਚੇ, ਉਹ ਸਟਾਰਟ ਹੁੰਦਾ ਇੱਥੋਂ। The another major obstacle ਹੁੰਦੀ ਹੈ ਪ੍ਰੋਬਲਮ, ਠੀਕ ਹੈ, OBSTACLE ਹੈ ਬੱਚੇ, C ਹੈ, ਠੀਕ ਆ। The another major obstacle caused by this, ਇਹ ਜਿਹੜਾ ਮੇਜਰ ਆਬਸਟੈਕਲ ਹੈ, ਇਹਦੇ ਇੱਕ ਹੋਰ ਕੀ ਕਾਰਨ ਆਉਂਦਾ ਹੈ? ਡਿਕਲਾਈਨਿੰਗ ਹੁੰਦਾ ਥੱਲੇ ਆਉਣਾ, ਠੀਕ ਹੈ। ਡਿਕਲਾਈਨਿੰਗ ਨੰਬਰ ਆਫ ਸਪੈਸੀਫਿਕ ਸਪੀਸੀਜ਼ ਆਫ ਪਲੈਨਟਸ ਐਂਡ ਐਨੀਮਲਸ ਕੈਨ ਨਾਟ ਬੀ ਓਵਰਲੁਕਡ। ਜੇ ਕਹਿੰਦਾ ਵੀ ਐਵੇਂ ਚੱਲੀ ਗਿਆ ਤਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਆਊਗੀ, ਜਿਹੜੇ ਜਾਨਵਰ ਨੇ ਜਾਂ ਜਿਹੜੇ ਕੋਈ ਵੀ ਪੰਛੀ ਨੇ, ਉਹ ਫਿਰ ਦੇਖੇ ਨਹੀਂ ਜਾਣੇ ਮਤਲਬ ਕਿ ਖਤਮ ਹੀ ਹੋ ਜਾਣਗੇ। ਤੁਸੀਂ ਯਾਰ ਜਿੰਨੇ ਮੇਰੇ ਉਰੇ ਮੈਨੂੰ ਸੁਣਨ ਵਾਲੇ ਬੈਠੇ ਆ, ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਕਿ ਇੱਕ ਟਾਈਮ ਤੇ ਆਪਾਂ ਚਿੜੀਆਂ ਕਿੰਨੀਆਂ ਦੇਖਿਆ ਕਰਦੇ ਸੀਗੇ, ਹਨਾ। ਆਪਣੇ ਆਲੇ ਦੁਆਲੇ ਚਿੜੀਆਂ ਕਿੰਨੀਆਂ ਚਹਿਕਦੀਆਂ ਫਿਰਦੀਆਂ ਹੁੰਦੀਆਂ ਸੀਗੀਆਂ, ਤੇ ਅੱਜ ਦਿਖਾਓ ਮੈਨੂੰ ਕਿੱਥੇ ਨੇਗੀਆਂ? ਉਹ ਗਾਇਬ ਹੋ ਗਈਆਂ। ਉਹ ਗਾਇਬ ਨਹੀਂ ਹੋਈਆਂ, ਉਹ ਗਾਇਬ ਕਰੀਆਂ ਗਈਆਂ। ਕਰੀਏ ਕਿਵੇਂ? ਆਪਾਂ ਹਿਊਮਨ ਆ ਗਏ, ਆਪਾਂ ਆਪਣੀ ਲੋੜੋਂ ਲੈ ਕੇ 3G 4G 5G ਯੂਜ਼ ਕਰ ਰਹੇ ਹਾਂ, ਜੰਗਲ ਕੱਟ ਰਹੇ ਹਾਂ, ਉਹਨਾਂ ਦੇ ਘਰ ਉਜਾੜ ਰਹੇ ਹਾਂ, ਪਰ ਆਪਾਂ ਨੂੰ ਕੋਈ ਮਤਲਬ ਨਹੀਂ। ਮਤਲਬ ਆਪਾਂ ਕੀ ਕਰ ਰਹੇ ਹਾਂ ਕੋਈ ਬੰਦਾ ਨਹੀਂ ਸੋਚ ਰਿਹਾ, ਬਸ ਆਪਣੀ ਲਾਈਫ ਦੇ ਵਿੱਚ ਬਹੁਤ ਫਾਸਟ ਭੱਜੀ ਜਾ ਰਹੇ ਆ। ਤਾਂ ਇਹ ਮੈਂ ਕਹਿੰਦਾ ਟਾਸਕ ਵੀ ਕਰਾ ਰਹੇ ਹਾਂ, ਤੇ ਨਾਲ ਇੱਕ ਸੋਸ਼ਲ ਮੈਸੇਜ ਵੀ ਹੈਗਾ ਕਿ ਆਪਾਂ ਇਹਨਾਂ ਨੂੰ, ਪੰਛੀਆਂ ਦੇ ਜਾਨਵਰਾਂ ਨੂੰ ਬਚਾਇਆ ਜਾਵੇ। ਤੇ ਜਿਹੜਾ ਬੰਦਾ ਜਾਨਵਰ ਦੇ ਪੰਛੀਆਂ ਦਾ ਲਵਰ ਹੁੰਦਾ ਹੈ ਨਾ, ਉਹਦਾ ਦਿਲ ਬਹੁਤ ਸਾਫ਼ ਹੁੰਦਾ ਹੈਗਾ, ਯਾਦ ਰੱਖਿਓ। ਟਾਸਕ ਸਟੇਟਮੈਂਟ 'ਚ ਮੈਨੇ ਆਹ ਕੀ ਚੀਜ਼ ਕਹੀ ਹੈ ਬੱਚੇ, ਕਿ ਜਿਹੜਾ ਦੂਜੀ ਆਬਸਟੈਕਲ ਹੈਗੀ ਉਹ ਹੈ ਡਿਕਲਾਈਨਿੰਗ ਨੰਬਰ ਆਫ ਸਪੈਸੀਫਿਕ ਸਪੀਸੀਜ਼ ਹੈਗੀ। ਜਿਹੜੇ ਪਲੈਨਟ ਦੇ ਉੱਤੇ ਰਹਿੰਦੇ ਨੇ ਐਨੀਮਲ, ਉਹ ਫਿਰ ਮੁੜ ਕੇ ਓਵਰਲੁਕਡ ਨਹੀਂ ਹੋਣੇ, ਦੁਬਾਰੇ ਤੋਂ ਗਾਇਬ ਹੋ ਜਾਣਗੇ, ਮੁੜ ਕੇ ਆਉਣੇ ਨਹੀਂ ਹੈਗੇ। ਹੁਣ ਇਹਨੂੰ ਆਪਾਂ ਥੋੜਾ ਜਿਹਾ ਐਕਸਪਲੇਨ ਕਰਦੇ ਹਾਂ। ਟੂ ਐਕਸਪਲੇਨ ਇਟ, ਹੁਣ ਐਕਸਪਲੇਨ ਕਰ ਰਹੇ ਹਾਂ। ਹਿਊਮਨ ਬੀਇੰਗਸ ਆਰ ਐਕਸਪਲੋਇਟਿੰਗ ਹੁੰਦਾ ਤਬਾਹ ਕਰਨਾ, ਫੋਰੈਸਟਸ ਫॉर देयर luxurious lifestyle which destroys the habitat of many organisms। ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਲੋਕ ਆਪਣੇ ਸਟੈਂਡਰਡ ਨੂੰ ਬਣਾਉਣ ਦੇ ਲਈ ਨਾ, ਆਪਣੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਲੱਕੜ ਦਾ ਕੰਮ ਕਰਾਉਂਦੇ ਨੇ, ਬਹੁਤ ਜ਼ਿਆਦਾ ਲੱਕੜ ਦਾ ਕੰਮ, ਕਿ ਲੋਕਾਂ ਨੂੰ ਪਤਾ ਲੱਗੇ ਜੀ ਵੁੱਡ ਵਰਕ ਹੋਇਆ ਹੋਇਆ ਹੈ,
ਤੇ ਮੈਂ ਇਹਨੂੰ ਫੁਲਿਸ਼ਨੈਸ ਕਹਿਣਾ। ਮੇਰੀ ਗੱਲ ਦਾ ਕਿਸੇ ਨੂੰ ਬੁਰਾ ਨਾ ਲੱਗੇ, ਪਰ ਮੈਂ ਤੁਹਾਨੂੰ ਇੱਕ ਕੱਲ ਨੂੰ ਬੀਇੰਗ ਅ ਟ੍ਰੇਨਰ ਜਾਂ ਬੀਇੰਗ ਅ ਟੀਚਰ ਜਾਂ ਬੀਇੰਗ ਅ ਸੋਸ਼ਲ ਪਰਸਨ ਮੇਰਾ ਹੱਕ ਬਣਦਾ ਹੈ ਲੋਕਾਂ ਨੂੰ ਸਮਝਾਉਣ ਦਾ ਇਹ ਚੀਜ਼ ਕਿ ਜਿੰਨਾ ਜ਼ਿਆਦਾ ਆਪਾਂ ਇਹ ਸੋਚਦੇ ਹਾਂਗੇ ਕਿ ਲੱਕੜ ਦਾ ਕੰਮ ਕਰਾਉਣਾ ਜੀ, ਪੈਸਾ ਹੈਗਾ ਠੀਕ ਹੈ, ਦੁਨੀਆ ਕੋਲੇ ਹੁੰਦਾ ਹੈ, ਪਰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਆਪਾਂ ਕਿੰਨੇ ਫੋਰੈਸਟ ਤਬਾਹ ਕਰ ਰਹੇ ਹਾਂ। ਫੋਰੈਸਟ ਤਬਾਹ ਦਾ ਮਤਲਬ ਕਿ ਆਪਾਂ ਕਿੰਨੇ ਜਾਨਵਰਾਂ ਦੇ ਘਰ ਉਜਾੜ ਰਹੇ ਹਾਂ। ਆਪਾਂ ਇੱਕ ਆਪਣੇ ਪੈਸੇ ਨਹੀਂ ਤਾਂ ਉਸ ਪਿੱਛੇ ਵੀ ਗਲਤ ਗੱਲ, ਬਿਲਕੁਲ ਗਲਤ ਗੱਲ ਹੈ। ਤੇ ਐਸੇ ਦੇ ਵਿੱਚ ਵੀ ਮੈंने ਪ੍ਰੋਪਰ ਐਕਸਪਲੇਨ ਕੀ ਕੀਤਾ ਬੱਚੇ ਕਿ ਜਿਹੜੇ ਹਿਊਮਨ ਬੀਇੰਗ ਨੇ ਆਪਣੇ ਲਾਈਫਸਟਾਈਲ ਨੂੰ, ਲਗਜ਼ਰੀਅਸ ਲਾਈਫਸਟਾਈਲ ਨੂੰ ਦਿਖਾਉਣ ਦੇ ਲਈ ਜੰਗਲਾਂ ਨੂੰ ਕੱਟ ਰਹੇ ਨੇ। ਹੁਣ ਜਿਹੜਾ ਹੈਬਿਟੇਟ ਵਰਡ ਯੂਜ਼ ਕੀਤਾ ਨਾ, ਇਹ ਹੁੰਦਾ ਹੈ ਕਿ ਕਈ ਜਾਨਵਰ ਐਵੇਂ ਦੇ ਹੁੰਦੇ ਆ ਜਿਨ੍ਹਾਂ ਨੂੰ ਪਾਰਟਿਕੂਲਰ ਉਸੇ ਜਗ੍ਹਾ ਤੇ ਰਹਿਣਾ ਹੁੰਦਾ ਹੈਗਾ। ਹੁਣ ਜਿਵੇਂ ਇੱਕ ਬਾਂਦਰ ਹੈ ਜਿਹੜਾ ਮੰਕੀ ਆ, ਮੰਕੀ ਹਮੇਸ਼ਾ ਟਰੀ ਤੇ ਰਹਿ ਕੇ ਖੁਸ਼ ਹੈਗਾ, ਪਰ ਜਿਹੜਾ ਸਾਈਬੇਰੀਅਨ ਹਸਕੀ ਜਿਹੜਾ ਡੌਗ ਹੈ ਉਹ ਹਮੇਸ਼ਾ ਬਰਫ਼ 'ਚ ਰਹਿ ਕੇ ਖੁਸ਼ ਹੈ। ਹੁਣ ਹੈਬਿਟੇਟ ਉਹਨਾਂ ਦੀ ਇੱਕ ਪਾਰਟਿਕੂਲਰ ਪਲੇਸ ਦਾ ਨਾਮ ਹੁੰਦਾ ਹੈਗਾ। ਹੁਣ ਮੰਨ ਕੇ ਜੇ ਮੈਂ ਮੰਕੀ ਨੂੰ ਕਹਿ ਰਿਹਾ ਕਿ ਤੂੰ ਜਾ ਕੇ ਉੱਥੇ ਰਹਿ ਬਰਫ਼ 'ਚ, ਤੇ ਮੈਂ ਸਾਈਬੇਰੀਅਨ ਹਸਕੀ ਨੂੰ ਕਹਿ ਰਿਹਾ ਤੂੰ ਜਾ ਕੇ ਦਰਖਤਾਂ ਤੇ ਰਹਿ, ਬਿਲਕੁਲ ਗਲਤ ਹੈਗਾ। ਇਹਨਾਂ ਦੀ ਆਪੋ ਆਪਣੀ ਪਲੇਸ ਹੈ ਤੇ ਉੱਥੇ ਉੱਥੇ ਰਹਿ ਕੇ ਖੁਸ਼ ਨੇ। ਤਾਂ ਬੇਨਤੀ ਹੈ ਕਿ ਜੇ ਮੇਰੀ ਗੱਲ ਨੂੰ ਸ਼ਾਇਦ ਕਿਸੇ ਇੱਕ ਅੱਧੇ ਬੰਦੇ ਦੇ ਅਸਰ ਹੋ ਜੇ ਤਾਂ ਜ਼ਿਆਦਾ ਲੱਕੜ ਦੇ ਕੰਮ ਦੇ ਪਿੱਛੇ ਨਾ ਪਓ, ਨਾ ਫੋਰੈਸਟ ਕੱਟੀਏ। ਤਾਂ ਮੈਂ ਉਮੀਦ ਕਰਦਾ ਕਿ ਕਿਤੇ ਨਾ ਕਿਤੇ ਆਪਾਂ ਆਪਣੇ ਕਲਾਈਮੇਟ ਨੂੰ, ਆਪਣੇ ਲਾਈਫਸਟਾਈਲ ਨੂੰ ਵਧੀਆ ਬਣਾ ਲਾਂਗੇ। ਇਹ ਨਾ ਹੋਵੇ ਕਿ ਜੰਗਲੇ ਨਾ ਰਹੇ ਤਾਂ ਬੰਦਾ ਕੀ ਰਹੇਗਾ। ਸਿਆਣੇ ਤੁਸੀਂ ਸਾਰੇ ਆਪੇ ਹੋ, ਤੇ ਮੈਂ ਚਾਹੁੰਦਾ ਕਿ ਮੈਂ ਰਾਈਟਿੰਗ ਪੜ੍ਹਾਉਣ ਦੇ ਨਾਲ ਨਾਲ ਮੈਂ ਸੋਸ਼ਲ ਮੈਸੇਜ ਵੀ ਦੇਵਾਂ ਤੇ ਸ਼ਾਇਦ ਬਹੁਤ ਬੱਚੇ ਕੋਈ ਸਮਝ ਲੈਣ। ਤੇ ਜੇ ਇੱਕ ਵੀ ਸਮਝ ਗਿਆ ਮੈਂ ਕਹੂੰਗਾ ਮੇਰਾ ਲੈਕਚਰ ਹੈ ਜਿਹੜਾ ਬਹੁਤ ਵਧੀਆ ਗਿਆ। ਠੀਕ ਹੈ, ਮੈਨੂੰ ਐਕਸਪਲੇਨ ਪ੍ਰੋਪਰ ਕਰਤਾ ਕਿ ਇੱਥੇ ਹੋ ਗਿਆ। ਹੁਣ ਮੇਰੇ ਕੋਲ ਥਰਡ ਚੀਜ਼ ਚਾਹੀਦੀ ਆਪਣੀ ਐਗਜ਼ਾਮਪਲ। ਚਲੋ ਆਪਾਂ ਐਗਜ਼ਾਮਪਲ ਦੇਖਦੇ ਹਾਂ ਮੈਂ ਕੀ ਐਡ ਕੀਤਾ। ਇਹਨੂੰ ਹੋਰ ਵੀ ਐਕਸਪਲੇਨ ਕੀਤਾ ਥੋੜਾ ਜਿਹਾ। ਹਾਂ ਠੀਕ ਆ। ਐਜ਼ ਦੇ ਡੂ ਨਾਟ ਹੈਵ ਐਨੀ ਸ਼ੈਲਟਰ, ਹੁਣ ਉਹਨਾਂ ਕੋਲ ਸ਼ੈਲਟਰ ਹੀ ਨਹੀਂ ਬਚਣੀ ਨਾ ਕੋਈ ਰਹਿਣ ਦੇ ਲਈ। ਐਨੀਮਲਸ ਐਂਡ ਬਰਡਸ ਹੈਵ ਲੋਸਟ देयर ਲਾਈਵਸ। ਤੁਸੀਂ ਆਪ ਹੀ ਸੋਚ ਕੇ ਦੇਖੋ, ਜੇ ਆਪਣੇ ਘਰ ਨੂੰ ਕੋਈ ਢਾਹ ਕੇ ਲੈ ਜੇ, ਬੜੇ ਲੋਕ ਨੇ 1 ਮਿੰਟ ਲਾਉਂਦੇ ਨੇ ਆਲਣਾ ਢਾਣ ਤੇ, ਪਰ ਇੱਕ ਪੰਛੀ ਨੇ ਕਿੰਨੀ ਮਿਹਨਤ ਨਾਲ ਬਣਾਇਆ ਹੁੰਦਾ ਹੈ ਨਾ। ਤਾਂ ਆਪਾਂ ਨੂੰ ਉਹ ਚੀਜ਼ ਦੀ ਕਦਰ ਕਰਨੀ ਚਾਹੀਦੀ ਆ। ਫॉर इंस्टेंस ਆਪਾਂ ਐਗਜ਼ਾਮਪਲ ਦੇ ਦਿੱਤੀ। ਪਿਛਲੇ ਵਾਰ ਆਪਾਂ ਨੇ ਯੂਜ਼ ਕਰਦੇ ਟੂ ਐਗਜ਼ਾਮਪਲੀਫਾਈ, ਤੇ ਇਸ ਮੈंने ਯੂਜ਼ ਕਰ ਲਿਆ ਫॉर इंस्टेंस ਕੋਮਾ। ਪੈਸੇਂਜਰ ਪੀਜਨ, ਜਿਹੜੇ ਉੜਦੇ ਹੋਏ ਨਾ ਕਬੂਤਰ ਹੁੰਦੇ ਨੇ, ਜਿਹੜੇ ਮਤਲਬ ਪੈਸੇਂਜਰ ਪੀਜਨ ਉਹਨੂੰ ਕਹਿੰਦੇ ਜਿਹੜੇ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵੀ ਜਾਂਦੇ ਆ। became ਹੈ ਬੱਚੇ ਸੈਕੰਡ ਫਾਰਮ ਹੈ, ਠੀਕ ਹੈ। became extinct, ਉਹ ਖਤਮ ਹੀ ਹੋ ਗਏ due to habitat loss। ਉਹਨਾਂ ਦਾ ਜਿਹੜਾ habitat loss ਹੈ ਨਾ, ਮਤਲਬ ਕੀ ਹੈਗਾ, ਉਹਨਾਂ ਦੀ ਇੱਕ ਪਲੇਸ ਹੁੰਦੀ ਹੈ ਕਿ ਉਹਨਾਂ ਨੇ ਉਸੇ ਜਗ੍ਹਾ ਤੇ ਰਹਿਣਾ ਹੈਗਾ, ਪਰ ਹਿਊਮਨ ਆਪਦੇ ਲਾਲਚ ਪਿੱਛੇ ਕਿਤੇ ਨਾ ਕਿਤੇ ਜੰਗਲ ਕੱਟੀ ਜਾ ਰਿਹਾ, ਕਿਤੇ ਨਾ ਕਿਤੇ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਕਰੀ ਜਾ ਰਹੇ, ਜਿਹਨੂੰ ਕੋਈ ਮਤਲਬ ਨਹੀਂ ਕਿ ਜਾਨਵਰਾਂ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਠੀਕ ਹੈ, ਤਾਂ ਇਹ ਚੀਜ਼ ਹੈ ਕਿ ਆਪਾਂ ਨੇ ਫॉर इंस्टेंस ਇਹ ਦੱਸਦਾ ਕਿ ਜਿਹੜੇ ਪੈਸੇਂਜਰ ਪੀਜਨ ਨੇਗੇ ਉਹ ਜਮੀ ਖਤਮ ਹੋ ਗਏ। ਉਹਨਾਂ ਦੀ ਜਿਹੜੀ ਕਗਾਰ ਹੈ ਉਹ ਬਿਲਕੁਲ ਖਤਮ ਹੋ ਗਈ। ਉਹਦਾ ਰੀਜ਼ਨ ਵੀ ਇੱਕ ਮੈਂ ਕਹਿੰਦਾ ਹਿਊਮਨ ਨੇ ਆਪਣੀ ਲਗਜ਼ਰੀ ਲਾਈਫ ਦੇ ਪਿੱਛੇ ਹੀ ਕਰਤਾ। ਮੈਂ ਇੱਕ ਮੂਵੀ ਦੇਖੀ ਸੀ, ਸ਼ਾਇਦ ਮੈਨੂੰ ਲੱਗਦਾ ਉਹਦਾ ਨਾਮ ਸੀ ਇਹ ਜਨਮ ਤੁਮਾਰੇ ਲੇਖੇ, ਪੰਜਾਬੀ ਮੂਵੀ ਆ। ਉਹ ਕਿਸੇ ਦੇ ਘਰੇ ਜਾਂਦੇ ਹੁੰਦੇ ਆ ਤੇ ਉਹ ਪ੍ਰੋਫੈਸਰ ਕਹਿੰਦਾ ਵੀ ਮੈਂ ਦੇਖੋ ਕਿੰਨਾ ਵੁਡਨ ਵਰਕ ਕੀਤਾ, ਇਹ ਕੀਤਾ ਉਹ ਕੀਤਾ, ਤੇ ਉਹ ਬੰਦਾ ਉਹਦੇ ਘਰੋਂ ਨਾ ਬਿਲਕੁਲ ਬਿਨਾ ਪਾਣੀ ਪੀਤੇ ਵੀ ਆ ਗਿਆ। ਕਹਿੰਦਾ ਤੂੰ ਕਿੰਨੇ ਜਾਨਵਰ ਖਾ ਗਿਆ, ਕਿੰਨੇ ਪੰਛੀਆਂ ਦੇ ਘਰ ਖਾ ਗਿਆ ਤੂੰ ਇੱਕ ਆਪਣੀ ਟੌਰ ਬਣਾਉਣ ਦੇ ਲਈ। ਤਾਂ ਸ਼ਾਇਦ ਮੈਂ ਇਮੋਸ਼ਨਲ ਹੋ ਰਿਹਾ ਪੜਾਉਂਦਾ ਹੋਇਆ, ਪਰ ਅਸਲ 'ਚ ਗਲਤ ਚੀਜ਼ਾਂ ਕਰ ਰਹੇ ਆਪਾਂ ਕਿਤੇ ਨਾ ਕਿਤੇ। ਟੂ ਕੋਪ ਵਿਦ ਦਿਸ ਹੁੰਦਾ ਕਿ ਇਸ ਪ੍ਰੋਬਲਮ ਦਾ ਸੋਲੂਸ਼ਨ ਗਵਰਨਮੈਂਟ ਸ਼ੁੱਡ ਡੂ ਸਟ੍ਰਿਕਟ ਮੋਨੀਟਰਿੰਗ ਆਫ ਲੌਗਿੰਗ ਐਕਟੀਵਿਟੀ ਐਂਡ ਪਲਾਂਟੇਸ਼ਨ ਆਫ ਟਰੀਜ਼ ਸ਼ੁੱਡ। ਜਿਹੜੀ ਪਲਾਂਟੇਸ਼ਨ ਆਫ ਟਰੀ ਹੈ ਨਾ, ਹਮੇਸ਼ਾ ਪੜਿਆ ਕਰੋ। ਇੱਕ ਨਾ ਫਿਲੀਪਾਈਨਸ ਹੈਗਾ ਕੰਟਰੀ ਹੈ ਨਾ, ਸਾਰਿਆਂ ਨੇ ਸੁਣਿਆ ਹੋਗਾ ਸ਼ਾਇਦ, ਕੋਈ ਫਿਲੀਪਾਈਨਸ ਦਾ ਕੋਈ ਮੇਰੇ ਕੋਲ ਇੱਥੇ ਪੜ੍ਹਦਾ ਵੀ ਹੋਵੇ। ਉੱਥੇ ਗਵਰਨਮੈਂਟ ਨੇ ਕਹਿਤਾ ਵੀ ਜੇ ਤੁਸੀਂ ਆਪਣਾ ਸਰਟੀਫਿਕੇਟ ਲੈਣਾ ਬੱਚਿਆਂ ਨੂੰ, ਸਰਟੀਫਿਕੇਟ ਲੈਣ ਦੇ ਲਈ ਤੁਸੀਂ ਟਰੀ ਨੂੰ ਗਰੋ ਕਰੋ। ਤਾਂ ਲਗਭਗ ਉੱਥੇ ਵਰਲਡ ਰੈਕੋਰਡ ਬਣਿਆ ਸੀਗਾ 33 ਲੱਖ, ਮਤਲਬ ਕਿ 3.3 ਮਿਲੀਅਨ ਟਰੀ ਉਹਨਾਂ ਨੇ ਇੱਕ ਦਿਨ ਚ ਲਾਇਆ ਸੀ। ਕਿਉਂਕਿ ਗਵਰਨਮੈਂਟ ਨੇ ਇਹ ਕਹਿਤਾ ਨਾ ਵੀ ਤਾਂ ਮਿਲੇਗਾ ਤੁਹਾਨੂੰ ਸਰਟੀਫਿਕੇਟ ਜੇ ਤੁਸੀਂ ਟਰੀ ਗਰੋ ਕਰੋਗੇ। ਤਾਂ ਇਹੀ ਕਹਿੰਦਾ ਜੇ ਗਵਰਨਮੈਂਟ ਨੂੰ ਇਹ ਚਾਹੀਦਾ ਕਿ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਨੇ ਕਿ ਪਲਾਂਟੇਸ਼ਨ ਹੋਵੇ। ਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਕਿ ਥੋੜਾ ਰਹਿ ਗਿਆ ਦਾ be encouraged, it will lead preservation of forests and species। ਇਹਦਾ ਮਤਲਬ ਕਿ ਪ੍ਰੀਜ਼ਰਵੇਸ਼ਨ ਹੋ ਗਿਆ ਕਿ ਜੇ ਸਰਕਾਰ ਚਾਹੂਗੀ ਤਾਂ ਬਹੁਤ ਜ਼ਿਆਦਾ ਦਰਖਤ ਲੱਗਣਗੇ ਤਾਂ ਨਾਲੇ ਤਾਂ ਇੱਕ ਤਾਂ ਪੰਛੀਆਂ ਦੇ ਘਰ, ਜਾਨਵਰਾਂ ਦੇ ਘਰ ਬਚੇ ਰਹਿਣਗੇ, ਤੇ ਦੂਜੀ ਗੱਲ ਕੀ ਹੈਗਾ ਕਿ ਆਪਣਾ ਜਿਹੜਾ ਵਾਤਾਵਰਨ ਹੈ ਇਹ ਵੀ ਬੜਾ ਸਾਫ਼ ਸੁਥਰਾ ਬਣ ਕੇ ਰਹੇਗਾ। ਤੁਸੀਂ ਇਹ ਚੀਜ਼ ਦੇਖੋ, ਮੈंने ਇਹ ਕੀ ਕੀਤਾ ਬੱਚੇ, that is called ਮੇਰਾ ਇਹ ਆ ਗਿਆ।
ਬੋਡੀ ਪੂਰਾ ਹੋ ਗਿਆ। ਲਾਸਟ ਮੇरे ਕੋਲ ਕੰਕਲੂਜन है, मैं BP1 BP2 ਲਿਖਿਆ, ਮਤਲਬ ਇਹ ਹੈ ਕਿ ਕੰਕਲੂਜन ਦੇ ਵਿੱਚ ਕੋਈ ਨਵੀਂ ਚੀਜ਼ ਨੂੰ ਐਡ ਨਹੀਂ ਕਰਨਾ, ਜੋ BP1 ਤੇ BP2 ਦੇ ਵਿੱਚ ਲਿਖਿਆ ਐਗਜ਼ੈਕਟ ਸੇਮ ਯੂ ਪੀਪਲ ਆਰ ਗੋਇੰਗ ਟੂ ਰਾਈਟ। ਹੁਣ ਦੇਖੋ ਮੈਂ ਕੰਕਲੂਜन ਕਿਸ ਤਰੀਕੇ ਨਾਲ ਲਿਖਿਆ, ਟੂ ਕਨਕਲੂਡ, ਕੰਕਲੂਜन ਲਿਖ ਦੋ ਪਹਿਲਾਂ, ਟੂ ਕਨਕਲੂਡ ਫਿਰ ਕੌਮਾ ਦੇਖੋ, ਐਕਸਪਲੋਇਟੇਸ਼ਨ ਆਫ ਨੈਚੁਰਲ ਰਿਸੋਰਸਿਸ हैज मेजर ग्रेव रिपरकशन, ग्रेव रिपरकशंस ਹੁੰਦੇ ਨੇ ਬਹੁਤ ਮਾੜੇ ਨਤੀਜੇ, ਲਾਈਕ ਐਸ हॉस्टाइल एनवायरमेंटल कंडीशन, मतलब कि हॉस्टाइल एनवायरमेंटल कंडीशन मतलब कि एनवायरमेंटल दी कंडीशन च बदलाव होना एंड डिसअपीयरेंस ऑफ इंपोर्टेंट स्पीसीज, ते जिहड़ी डिसअपीयर हो रही नेगियां इंपोर्टेंट स्पीसीज नेगियां वो भी बिल्कुल खत्म होंदियां जा रही ने। इट शुड बी कंट्रोल्ड बाय द ज्वाइंट एक्शन ऑफ गवर्नमेंट एंड इंडिविजुअल। हुण ये है ना, ये कल्ला गवर्नमेंट भी नहीं कर सकती, कल्ला ह्यूमन भी नहीं कर सकता, नॉर्मल बंदा, ਤਾਂ ਇਸ ਕਰਕੇ ਜੁਆਇੰਟ ਐਕਸ਼ਨ ਚਾਹੀਦੇ ਨੇ, ਦੋਨਾਂ ਦੇ ਇਕੱਠੇ ਐਕਸ਼ਨ ਚਾਹੀਦੇ ਨੇਗੇ। ਇਫ ਥੀਸ ਪ੍ਰੋਬਲਮਸ ਆਰ ਲੈਫਟ ਅਨਅਟੈਂਡਡ, ਜੇ ਇਹ ਪ੍ਰੋਬਲਮ ਤੇ ਧਿਆਨ ਨਾ ਦਿੱਤਾ ਗਿਆ then situation will become more worse in future, bad worse worst ਹੈ ਨਾ। ਤਾਂ in future ਦੇ ਵਿੱਚ ਜਿਹੜੀਆਂ ਸਿਚੁਏਸ਼ਨ ਨੇ ਇਹ ਹੋਰ ਵੀ ਜ਼ਿਆਦਾ ਭੈੜੀਆਂ ਹੋ ਜਾਣਗੀਆਂ। ਤੇ ਇਹ ਮੈਂ ਲੈ ਕੇ ਕਨਕਲੂਜਨ ਨੂੰ ਇੱਥੇ ਆ ਗਿਆ। ਤੇ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਮੈਂ ਕਨਕਲੂਜਨ ਦੇ ਵਿੱਚ BP1 ਤੇ BP2 ਦੇ ਸਿਨੋਨਿਮ ਯੂਜ਼ ਕੀਤੇ ਹੈਗੇ, ਜਿੱਥੇ ਮੈਂ ਉੱਪਰ ਦੇਖੋ, ਮੈਂ ਤੁਹਾਨੂੰ ਇੱਕ ਵਾਰ ਸ਼ੋ ਕਰਦਾ ਨਾ, मैं उत्थे क्लाइमेट चेंज लिखा सी, मैं इत्थे हॉस्टाइल एनवायरमेंटल कंडीशन करती, उत्थे मैं एक्सटिंक्टर लिखा सीगा भी खतरे की कगार ते, पूरे डिसअपीयरेंस करता। आही तां चीज़ है बच्चे, दिस इज कॉल्ड राइटिंग। देखो कल्ली कल्ली चीज़ तुहानूं मैं कहना स्टैप बाय स्टैप, इस तो पहला मैं अज तक वीडियो कदे बनाया ते ना मैं शायद कदे सोचिया सी बनाउण दा, पर इन फ्यूचर च मेरियां इस तो भी डीप वीडियो आउणगीआं ते यकीन करियो तुहानूं टेस्ट दिखाऊंगा कि रमन सर टीचिंग किवें हुंदी हुंदी आ। ਸਾਹ ਵੀ ਚੜ ਗਿਆ ਮੈਨੂੰ ਬਹੁਤ ਪੜਾਉਂਦੇ ਦਾ, ਕਿਉਂਕਿ ਮੈਂ ਪਾਊਜ਼ ਨਹੀਂ ਕਰ ਸਕਦਾ ਹੁੰਦਾ ਇਹਨੂੰ। ਤੇ ਮੈਂ ਚਾਹੂੰਗਾ ਕਿ ਤੁਹਾਨੂੰ ਜੇ ਬਹੁਤ ਵਧੀਆ ਲੱਗੀ ਵੀਡੀਓ ਤਾਂ ਪਲੀਜ਼ ਲਾਈਕ ਬਟਨ ਜ਼ਰੂਰ ਦਬਿਓ ਤੇ ਮੈਨੂੰ ਹੌਸਲਾ ਜ਼ਰੂਰ ਵਧਾਇਆ ਕਰੋ, ਕਿਉਂਕਿ ਤੁਹਾਡੇ ਮੈਸੇजेस ਬਹੁਤ ਬੱਚਿਆਂ ਦੇ ਆਉਂਦੇ ਆ ਤੇ ਮੈਂ ਕਹਿੰਦਾ ਇੰਨਾ ਹੌਸਲਾ ਹੁੰਦਾ ਕਿ ਹਾਂ ਯਾਰ ਬੱਚੇ ਸਾਨੂੰ ਸੁਣਦੇ ਆ, ਪੜ੍ਹਦੇ ਆ। ਤਾਂ ਮੈਂ ਬੇਨਤੀ ਕਰਦਾ, ਜੇਕਰ ਕਿਸੇ ਵੀ ਬੱਚੇ ਨੂੰ ਕੋਈ ਵੀਡੀਓ ਦੇ ਵਿੱਚ ਪ੍ਰੋਬਲਮ ਲੱਗੀ ਜਾਂ ਮੇਰੇ ਤੋਂ ਕੋਈ ਵੀ ਗਲਤੀ ਹੋਈ ਹੋਊਗੀ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਪਰ ਮੈਂ ਬੀਇੰਗ ਅ ਟ੍ਰੇਨਰ ਮੈਂ ਇਮੋਸ਼ਨਲ ਹੋ ਗਿਆ ਸੀ ਥੋੜਾ ਜਿਹਾ ਪੜਾਉਂਦਾ ਹੋਇਆ, ਪਰ ਮੈਂ ਆਪਣੇ ਦਿਲੋਂ ਪੜਾਇਆ ਤੇ ਮੈਂ ਕਦੇ ਵੀ ਇਹ ਦਿਮਾਗ ਤੋਂ ਨਹੀਂ ਪੜਾਉਂਦਾ ਹੈਗਾ। ਸੱਚੀ ਕਹਿਣਾ, ਜਦੋਂ ਮੈਂ ਪੜਾਉਣਾ ਦਿਲੋਂ ਪੜਾਉਂਦਾ, ਫਿਰ ਬੱਚੇ ਦੇ ਦਿਲ 'ਚ ਇਹ ਗੱਲ ਵੱਜਦੀ ਆ। ਤਾਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਸੁਣਦੇ ਹੋ, ਝੱਲਦੇ ਹੋ, ਬਰਦਾਸ਼ਤ ਕਰਦੇ ਹੋਗੇ। ਤੁਹਾਡਾ ਇੰਨਾ ਪਿਆਰ ਸਤਿਕਾਰ, ਸਾਰੇ ਛੋਟੇ ਭੈਣ ਭਰਾ ਹੋ, ਮੇਰੇ ਦੋਸਤ ਮਿੱਤਰ ਹੋਗੇ। ਤਾਂ ਮੇਰੀਆਂ ਦੁਆਵਾਂ, ਤੁਹਾਡੀਆਂ ਦੁਆਵਾਂ, ਸਾਰੇ ਨੇ ਇੱਕ ਦੂਜੇ ਨਾਲ ਨੇ, ਵੱਡਿਆਂ ਦਾ ਪਿਆਰ। ਸੋ ਥੈਂਕ ਯੂ ਵੈਰੀ ਮਚ, ਲਵ ਯੂ, ਟੇਕ ਕੇਅਰ, ਗੁੱਡ ਬਾਏ।